नहीं गए कि क्या मैं व्याख्यान करूँ अपने लिए और फिर सिखा दे लिए। और मैं बड़ा आभारी हूँ कि जेड़ा रेडियो स्पाइस ने अज मैनू छोटा जहा मौका दिता है और देखिए असी की कर रहे हैं। मेरा जेड़ा भी कारण इतने आने का आ जी एक कारण आ कि असी आई एम एडवोकेट of honesty, advocate of truthful living, जी and that's the best way to live a life. जी जी ਜੇ ਜ਼ਿੰਦਗੀ ਜੀਣੀ ਹੋਏ ਤਾਂ ਵੀ ਵੈਰੀ ਸਿੰਪਲ। जी ਐਂਡ ਦੂਜੀ ਗੱਲ ਮੈਂ ਆਪਣੇ ਆਪ ਐਕਸਪੀਰੀਅੰਸ ਕੀਤਾ ਆ, ਅਨੁਭਵ ਕੀਤਾ ਆ ਕਿ ਕਦੇ ਵੀ ਲਾਈਫ ਨੂੰ ਸੀਰੀਅਸ ਨਾ ਲਿਓ। ਉਹ ਲਾਈਫ ਇਜ਼ ਅ ਲਾਫਿੰਗ ਸਟੈਚੂ। जी It's an active statue, it's a laughing statue. So we got to maintain that. And as far as Fiji Sikhs are concerned, जी and Fiji एक बहुत छोटा जा टापू है, it's made up of 360 small islands, जी and ਉਹਦੀ ਆਬਾਦੀ ਕੁੱਲ ਸਾਡੇ ਉਸ ਵੇਲੇ ਕੋਈ 20 ਸਾਲ it was not even, it was 3/4 million, 75,000 people. जी वेरी स्मॉल बट वो बड़ा सुंदर सुंदर जगह थी। और जिद्दां बंदे उत्थे बड़े मिलनसार थे और अपने सिखां दा सारे असीं साडे जेहड़े गिनती दा बहुत छोटी सी बट साडा आदर भाव बहुत ज़्यादा ही सीगा। वो कारण ਉਹਦਾ ਇਹ ਸੀਗਾ जी कि ਜਿਹੜੇ ਅਸੀਂ ਲੀਡਰ मान लो ਅਸੀਂ जनता ਦੀ ਸੇਵਾ ਕਰਦੇ ਸੀਗੇ, ਉਹ ਮੰਨ ਲਓ ਅਸੀਂ ਹਮੇਸ਼ਾ ਆਪਣੇ ਆਪ ਨੂੰ ਜਨਤਾ ਨੂੰ ਪਹਿਲੇ ਰੱਖਿਆ। ਜੈਟ ਵਾਜ ਉਹ ਜਿਹੜੀ ਭਾਵਨਾ ਸਾਡੀ ਸੀਗੀ, ਉਹ ਭਾਵਨਾ ਨੇ ਸਾਡੇ ਸਿੱਖਾਂ ਦਾ ਨਾਮ ਬਹੁਤ ਉੱਚਾ ਕੀਤਾ। ਔਰ ਜਿੰਨੇ ਅਸੀਂ ਮੇਬੀ ਅਬਾਊਟ 20,000 ਇਵਨ ਲੈਸ ਦੈਨ 20,000 ਬਟ ਸਾਰੇ ਬੰਦੇ ਜਿਹੜੇ ਫੀਜੀ ਸੇ ਹਿੰਦੂ ਸੀਗੇ, ਮੁਸਲਮਾਨ ਸੀਗੇ, ਜਿਹੜੇ ਆਪਣੇ ਫੀਜੀਅਨ ਸੀਗੇ, ਸਾਰੇ ਜਾਂ ਸਾਨੂੰ ਰੀਡ ਕਰਦੇ ਸੀ ਮਹਾਜਨ ਜਾਂ ਸਰਦਾਰ ਜੀ। ਜੀ ਅਸੀਂ ਉਹੀ ਕਿਉਂ ਕਰਦੇ, ਅਸੀਂ ਵੀ ਉਹਨਾਂ ਦਾ ਇੱਦਾਂ ਹੀ ਆਦਰ ਕਰਦੇ ਸੀਗੇ ਸਾਰਿਆਂ ਦਾ। ਸੋ ਜਿਹੜਾ ਅਸੀਂ ਬਤੀਤ ਕੀਤੀ ਆਪਣੀ ਜ਼ਿੰਦਗੀ ਫੀਜੀ 'ਚ, ਉਹ ਮੈਂ ਕਹਿੰਦਾ ਭਲੋੜੀ ਰਾਈਟ ਮਾਨਕਾ ਦੇ ਕੋਲ ਹੀ ਆ। ਹਾਂ ਮਾਨਕਾ ਨਵਾਂ ਸ਼ਹਿਰ ਸਦਮਾ ਦੇ ਕੋਲ ਵਿੱਚ ਬਹਿਰਾਮ ਦੇ ਕੋਲ। ਹਾਂ बहराम दे बहराम हाँ जी सरन दे कोल आ। तो उत्तों आए तो बाबा जी और नाल 5 होर सीगे सियाने, वो आके उतरे पहले थे पामस्टर नॉर्थ। 6 साल 6 महीने पामस्टर नॉर्थ रहे। फिर उत्थों किसी ने दसदा फीजी चंगी जगह है, तो उत्ते अपने बंदे अपने सिख बंदे बहुत है। ਸੋ ਅੰਕਲ ਤੁਸੀਂ ਕਹਿ ਰਹੇ ਹੈ ਕਿ ਪਰਿਵਾਰ ਜਿਹੜਾ ਸਭ ਤੋਂ ਪਹਿਲਾਂ ਕਿ ਜਦੋਂ ਤੁਹਾਡੇ ਬਜ਼ੁਰਗ ਇੰਡੀਆ ਤੋਂ ਚੱਲੇ ਆ, ਉਹਨਾਂ ਨੇ ਤੁਹਾਨੂੰ ਦੱਸਿਆ ਕਿ ਕਿਹੜੇ ਰੂਟ ਥਾਣੀ ਉਹ ਆਏ, ਵਾਇਆ ਕਲਕੱਤਾ ਆਏ ਜਾਂ ਵਾਇਆ? ਹਾਂਜੀ ਹਾਂ, ਕਲਕੱਤਾ ਤੋਂ ਛੱਡਿਆ ਕਲਕੱਤਾ। ਫਿਰ ਉਹ ਜਿਹੜਾ ਉਧਰੋਂ ਫਿਰ ਕਲਕੱਤਾ ਕਿੱਥੇ ਗਿਆ ਉਹ ਮੈਨੂੰ ਨਹੀਂ ਪਤਾ, ਬਟ ਮੈਨੂੰ ਦੱਸਿਆ ਸੀਗਾ ਕਿ 1918 'ਚ ਉਹ ਆ ਕੇ ਉਤਰੇ ਇੱਥੇ ਪਾਮਸਟਰ ਨੌਰਥ। ਫਿਰ ਇੱਥੋਂ 6 ਮਹੀਨੇ ਬਾਅਦ ਕਿਸੇ ਨੇ ਦੱਸਿਆ ਫੀਜੀ ਬਹੁਤ ਸੋਹਣੀ ਜਗ੍ਹਾ ਆ, ਉੱਥੇ ਤੁਸੀਂ ਜਾਓ, ਉੱਥੇ ਆਪਣੇ ਬੰਦੇ ਬੋਲਦੇ। ਤਾਂ ਬਾਬਾ ਜੀ ਬੜਾ ਮਿਲਨਸਾਰ ਸੀਗਾ, ਉਹਨੂੰ ਆਪਣੇ ਸਿੱਖਾਂ ਦੇ ਨਾਲ ਮਿਲਣ ਨੂੰ ਬਹੁਤ ਚਾਅ ਕਰਦਾ ਸੀਗਾ। ਔਰ ਜਿਹੜਾ ਸਾਡਾ ਫੈਮਿਲੀ ਸੀਗਾ, ਅਸੀਂ ਇੱਕ ਫੈਮਿਲੀ ਦਾ ਐਕਸਟੈਂਡਡ ਫੈਮਿਲੀ, ਮੇਰਾ ਪਿਤਾ ਜੀ ਸੀਗਾ, ਮੇਰੇ ਪੇਰੈਂਟਸ ਸੀਗੇ, ਮੇਰਾ ਚਾਚਾ ਸੀਗਾ ਬਾਬਾ ਜੀ। वो 3 एक जगह पहले आए फीजी सूबे के कोले और 4 किलोमीटर दूर आके उन्होंने किसानी की थी, मार्केट गार्डनिंग। जी हाँ, तो सब्जी बोंदे सीगे और ठारो जी कितने नो आर्मी पीपल ज़्यादा इस्तेमाल करते हैं जी। वो बोले फिर काबा बाबा जी ने इदा काबा बोया नगोना कहते हैं, वो ग्रो कहते हैं। तो की होया, बाबे जी ने कोई मेरे ख्याल 1,000-2,000 पेड़ लाए। वो बाबे जी ने चंगी रकम बन गई। उस वेले का बाबे जी ਨੂੰ 900 पौंड इंग्लैंड के नीचे से फीजी पौंड 900 पौंड। तो बाबे जी वहाँ चोड़ियाँ हो गई। कोई भी मंगना है
$10, 10 ਪੌਂਡ 20 ਪੌਂਡ ਆ ਤੇਰਾ ਹੀ ਆ, ਇਹ ਵੀ ਤੇਰਾ ਹੀ। ਸਾਰਿਆਂ ਨੂੰ ਵੰਡਦੇ। ਬੰਡੀ ਜਾਂਦਾ। ਫਿਰ ਇੱਕ ਬੰਦਾ ਆਇਆ ਖਾਨਪੁਰ ਦਾ ਸੀਗਾ ਨਾ ਖਾਨਾ, ਉਹ ਆਇਆ ਕਿ ਉਹਦੇ ਕੋਲ ਬੱਜ ਕੰਪਨੀ ਸੀਗੀ, ਤਾਬੂਆ ਥੋੜਾ ਦੂਰ ਸਾਡੇ ਕੋਈ 200 ਕਿਲੋਮੀਟਰ ਦੂਰ। ਉਹ ਆਇਆ, ਉਹ ਖਾਨਾ ਆਇਆ, ਕਹਿੰਦਾ ਬਾਬਾ ਜੀ ਇਹ ਲੈ ਕੇ ਆਇਆ ਸ਼ਰਾਬ ਨਾਲ ਕਿ ਬਾਬਾ ਜੀ ਆਓ ਪੀਓ ਨਾਲ ਫਿਰ। ਤਾਂ ਕਹਿੰਦਾ ਅੱਛਾ ਪੀਓ, ਅੱਛਾ ਦੱਸੋ ਕੀ ਹੈ। ਉਹ ਸਾਡਾ ਜਿਹੜਾ ਜਿੱਥੇ ਅਸੀਂ ਰਹਿੰਦੇ ਸੀਗੇ ਵਕਾਸੀ ਜਿਹੜਾ ਨਸੂਰੀ ਏਅਰਪੋਰਟ ਦੇ ਕੋਲ ਹੀ, ਉਹ ਸਾਡਾ ਸਿੱਖਾਂ ਦਾ ਹੈਡਕੁਆਟਰ ਸੀਗਾ। ਹਾਂ, ਉਹ ਸਾਡਾ ਹੈਡਕੁਆਟਰ ਵਿਆ, ਪਰ ਸਾਡੇ ਹੈਡਕੁਆਟਰ ਕੁਝ ਰਹੇ ਨਹੀਂ। ਫੂਸ ਦਾ ਘਰ ਜਾਣਦੇ ਆ ਜੀ, ਉਹ ਗੰਨੇ ਦੀ ਪੱਤੀ ਦਾ ਬਣਾਉਂਦੇ ਰੂਪ ਉਹਦਾ ਬਣਾਇਆ ਸੀਗਾ। ਦੋ ਇੱਕ ਫੈਮਿਲੀ ਹਾਊਸ ਸੀਗਾ, ਇੱਕ ਦੂਜਾ ਗੈਸਟ ਹਾਊਸ ਸੀਗਾ। ਮੰਜੇ ਸਾਰੇ 12-13 ਮੰਜੇ ਹੁੰਦੇ ਸੀਗੇ, ਬਾਹਰ ਪੱਧਰੇ ਪੈਂਦੇ ਹੁੰਦੇ ਸੀ। ਜੀ ਆ ਬਾਅਦ ਚੋਂ ਫਿਰ ਨਾ ਜੋ ਅੰਬ ਦਾ ਪੇੜ ਸੀਗਾ, ਅੰਬ ਦੇ ਪੇੜ ਦੇ ਥੱਲੇ ਮੰਜੇ ਰੱਖਦੇ, ਉੱਥੇ ਵੀ ਮੌਸਮ ਅੱਛਾ ਉੱਥੇ ਹੀ ਸੌ ਜਾਓ, ਜਿੱਦਾਂ ਉੱਥੇ ਮੇਰੇ ਕੋਲ ਇੰਡੀਆ 'ਚ ਕਰਦੇ ਆ ਨਾ। ਤਾਂ ਇਦਾਂ ਅਸੀਂ ਜੋ ਵੀ ਆਇਆ ਉੱਥੇ ਰੁਕ ਕੇ ਮਾਮਾ ਨੇ ਇੰਨਾ ਸੀ ਬਾਬੇ ਜੀ ਹੁਣੇ ਨੇ ਭਾਈ ਹੁਣੇ ਤਕਲੀਫ ਦਿੱਤੀ। ਰੋਟੀਆਂ 200 ਰੋਟੀ ਫੁਲਕੇ ਰੋਜ਼ ਦੇ ਬਣਾਓ, ਸਾਰਿਆਂ ਨੂੰ ਛਕਾਓ, ਔਰ 2-3 ਰੋਜ਼ ਬੰਦੇ ਰਹਿੰਦੇ ਸੀਗੇ। ਤਾਂ ਇੱਦਾਂ ਸਾਡਾ ਹੈਡਕੁਆਟਰ ਬਣ ਕੁਦਰਤੀ ਮੈਨੂੰ ਆਪਣੇ ਪਤਾ ਕਿ ਕਿਉਂ ਕੁਦਰਤੀ ਕਿਰਪਾ ਸੀਗੀ ਕਿ ਉੱਤੇ ਹੈਡਕੁਆਟਰ ਬਣ ਗਿਆ। ਜੋ ਵੀ ਕੋਈ ਸਿੱਖਾਂ ਨੇ ਫੀਜੀ 'ਚ ਕਰਨਾ ਕੰਮ ਤਾਂ ਸਾਥੇ ਆ ਕੇ ਸਾਡੇ ਪੇਰੈਂਟ ਨਾਲ ਬਾਬੇ ਜੀ ਨਾਲ ਸਲਾਹ ਕਰਕੇ ਤਾਂ ਫਿਰ ਕਦਮ ਲੈਣਾ। ਤੁਸੀਂ ਇੱਕ ਵਾਰੀ ਫਿਰ ਦੁਬਾਰਾ ਦੱਸਣਾ ਤੁਹਾਡੇ ਬਾਬਾ ਜੀ ਦਾ ਕੀ ਸ਼ੁਭ ਨਾਮ ਕੀ ਸੀ ਉਹਨਾਂ ਦਾ? ਉਹਦਾ ਨਾਮ ਸੀਗਾ ਦਲੀਪ ਸਿੰਘ ਨਰਵਾਨ। ਸੋ ਜਦੋਂ ਬਾਬਾ ਜੀ ਇੱਥੋਂ ਪਾਮਸਟਨ ਨਾਰਥ ਤੁਸੀਂ ਕਿਹਾ ਆਏ, ਫਿਰ ਇੱਥੋਂ ਫੀਜੀ ਚਲੇ ਗਏ, ਤੇ ਫਿਰ ਕਦੀ ਵਾਪਸ ਹੁਣ ਤੁਹਾਡੇ ਆਉਣ ਤੋਂ ਪਹਿਲਾਂ ਕਦੀ ਇੱਥੇ ਨਿਊਜ਼ੀਲੈਂਡ ਨਹੀਂ ਆਏ? ਜੀ ਨਹੀਂ, ਕੋਈ ਕਿਤੇ ਬਾਹਰ ਗਿਆ ਹੀ ਨਹੀਂ ਜੀ, ਇੰਡੀਆ ਵੀ ਨਹੀਂ ਗਿਆ ਕਿਉਂਕਿ ਇੰਡੀਆ ਬਹੁਤ ਲੰਬਾ ਸਫ਼ਰ ਸੀ। ਸੋ ਜਾ ਕੇ ਤੁਸੀਂ ਦੱਸਿਆ ਕਿ ਉਹਨਾਂ ਨੇ ਨੈਚੁਰਲੀ ਆਪਣੀ ਫਾਰਮਿੰਗ ਦੀ ਜ਼ਿੰਦਗੀ ਜਿਹੜੀ ਆ ਹੱਥੀਂ ਕੰਮ ਉਹਨਾਂ ਨੇ ਕੀਤਾ, ਕਿਉਂਕਿ ਪੰਜਾਬ ਤੋਂ ਵੀ ਨੈਚੁਰਲੀ ਕਿਸਾਨ ਜਿਹੜੇ ਸੀਗੇ ਉਹ ਦੇ ਰੂਪ ਦੇ ਵਿੱਚ ਆਏ ਸੀ। ਕਾਫੀ ਮੇਰੇ ਖਿਆਲ 6 ਫੁੱਟ ਦੇ ਕਰੀਬ ਤਾਂ ਮੈਂ ਉਹਨਾਂ ਦੀ ਫੋਟੋ ਦੇਖੀ ਹੈ, ਉਹ ਬੜੇ ਲੰਬੇ ਸਰੀਰ ਦੇ ਸੀ। ਸੋ ਉਸ ਸਮੇਂ ਤੱਕ ਅੰਕਲ ਕਿੰਨੇ ਕੁ ਸਿੱਖ ਪੰਜਾਬੀ ਫਿਜੀ ਦੇ ਵਿੱਚ ਹੋਣਗੇ? ਇਹ ਮੈਂ 1920 ਦੀ ਤੁਸੀਂ ਗੱਲ ਕਰ ਰਹੇ ਹੋ, 1918 1920 1925 ਦੇ ਕਰੀਬ। ਮੇਰੇ ਖਿਆਲ ਉਸ ਵੇਲੇ ਤਕਰੀਬਨ 100 ਮਸੀਹ ਬੰਦੇ ਹੋਣੇ ਆਪਣੇ। ਬਟ ਉੱਥੇ ਜਿਹੜੇ ਬੰਦੇ ਗਏ ਸਾਡੇ ਬਾਬੇ ਹੁਣੀ ਤਾਂ ਕਿਸਾਨੇ ਗਏ ਸੀਗੇ ਜੀ, ਜਿਹੜੇ ਉੱਦਾਂ ਉਹ ਫੀਜੀ ਗਵਰਨਮੈਂਟ ਜਿਹੜੇ ਬ੍ਰਿਟਿਸ਼ ਰਾਜ ਸੀਗਾ ਉਸ ਵੇਲੇ। ਹਾਂਜੀ, ਤਾਂ ਉਹ ਪੰਜਾਬੀਆਂ ਦਾ ਸ਼ਹਾਦਤ ਸੀ ਦੇਖੀ ਹੋਇਆ। ਹਾਂਜੀ, ਉਹ ਬਹਾਦਰੀ ਦੇਖੀ ਹੋਇਆ। ਤਾਂ ਉਹ ਜ਼ਿਆਦਾਤਰ ਆਪਣੇ ਪੰਜਾਬੀਆਂ ਥਲ ਜਾਂਦੇ ਤੇ ਕਦੇ ਭਰਤੀ ਕਰਦੇ ਨੇ ਸਿਕਿਉਰਿਟੀ ਗਾਰਡ ਜੀ ਜਾਂ ਤਾਂ ਪੁਲਿਸ। ਅੱਛਾ ਜੀ, ਪੁਲਿਸ ਫੋਰਸ। ਅੱਛਾ ਜੀ, ਕਈ ਬੰਦੇ ਸਾਡੇ ਪੜ੍ਹੇ ਲਿਖੇ ਪੁਲਿਸ ਫੋਰਸ ਦੇ ਔਰ ਉਸ ਵੇਲੇ ਉਹਨਾਂ ਨੇ ਬੜੀ ਕੁਰਬਾਨੀ ਕੀਤੀ ਬਈ। ਅੱਛਾ, ਜੇ ਕ੍ਰਾਈਮ ਕਰੋ ਬੀਜੀ ਰਹੇ ਨਹੀਂ, ਜੋ ਵੀ ਦੇਖਿਆ ਆਪਣਾ ਸਿੱਖ ਪੁਲਿਸਮੈਨ ਉਹ ਸਾਰਿਆਂ ਨੇ ਤੋਲ ਬੀਜਦੇ ਨੇ, ਸਾਰਿਆਂ ਦੇ ਹੱਥ ਚੱਕਦੇ ਨੇ। ਤਾਂ ਇਹਨਾਂ ਦੀ ਜਿਹੜੇ ਆਪਣੇ ਪੰਜਾਬੀਆਂ ਦੀ ਇਹ ਬੜੀ ਕੁਰਬਾਨੀ। ਉਹ ਜਿਹੜਾ ਆਪਣਾ ਪਰਿਵਾਰ ਸੀਗਾ ਬਾਬੇ ਦਲੀਪ ਸਿੰਘ ਦਾ, ਤਾਂ ਸਾਡੇ ਜਿੱਦਾਂ ਬਾਬਾ ਜੀ ਬਹੁਤ ਤਕੜਾ ਥਾ, मेरा भाइया जी बहुत तगड़ा, और दूजा अंकल साडा मलकीत सो सेहत पक्षों तकड़े सी, और दूजा जो आखिरी रहा वो तो फीस सारे बड़ा बंदा से कद ओदा। अच्छा, सारे तो बंदा कोई 7 फुटा सीगा, वो 7 फुटा नहीं चौड़ा भी। पूरा मतलब कि खान पीन दे पक्षों जी हाँ और मेहनती बहुत सीगे जी। ਸੋ ਤੁਸੀਂ ਦੱਸਿਆ ਕਿ ਕਾਵਾ ਉਹਨਾਂ ਨੇ, ਫਿਰ ਟਾਰੋ, ਇਹ ਜਿਹੜੀਆਂ ਫਸਲਾਂ ਉਹਨਾਂ ਨੇ, ਫਿਰ ਜ਼ਮੀਨ ਜਿਹੜੀ ਉਹਨਾਂ ਨੇ ਜਿਹੜੀ ਸੀ ਉਹ ਲੀਜ਼ ਤੇ ਲਈ। ਉੱਥੇ ਕੀ ਕੀਤਾ ਨਾ, ਉੱਥੇ ਸੂਬੇ ਕੋਲ ਸੀ ਫਰੀਹੋਲਡ, ਫਿਰ ਉੱਥੋਂ ਭੱਜੇ ਉਹਦੇ ਉਹ ਗੰਨੇ ਦੀ ਮਿਲ, ਸ਼ੂਗਰ ਮਿਲ ਬਣ ਗਈ ਸੀ ਉੱਥੇ ਸੂਬੇ ਤੋਂ ਕੋਈ 12 ਕਿਲੋਮੀਟਰ ਦੂਰ। ਅੱਛਾ ਜੀ, ਤਾਂ ਫਿਰ ਉਹ ਆ ਗਏ ਗੰਨਾ ਵੇਚਣ ਪਏ। ਰਾਈਟ, ਉਹ ਮੇਰੇ ਕੋਲ 10 ਬਿੱਗੇ ਸੀ ਕਿ 15 ਬੀਜਦੇ ਵੀ। ਤੇ ਬਟ that area was prone to flood. Every now and then there was flood, so there was a problem. ਤੇ ਉਹਨਾਂ ਨੇ ਉਹ ਫਰੀਹੋਲਡ ਛੱਡ ਕੇ ਚਲੇ ਗਏ ਜਿੱਥੇ ਫਿਰ ਸਾਡੀ ਅਜੇ ਜਿੱਥੇ ਸਾਡੀ ਜਨਮ ਭੂਮੀ ਆ,
ਉਹ 30 ਵਿਗੇ ਕੇ ਬਾਮਣ ਤੇ ਖਰੀਦੀ ਤਾਂ ਉੱਥੇ ਗੰਨਾ ਬੀਜਿਆ। ਤੇ ਇਹ ਕਿਹੜਾ ਇੱਕ ਸਾਲ ਦੀ ਗੱਲ ਕਰ ਰਹੇ ਹੋ ਤੁਸੀਂ? ਇਹ ਕਰ ਰਹੇ ਹਾਂ ਅਸੀਂ ਕੋਈ ਤਾਂ early 30s। ਇਹਦੀ ਥੋੜੀ ਹੁਣ ਇੱਕ ਸਵਾਲ ਨੈਚੁਰਲੀ ਅੰਕਲ ਦਿਮਾਗ ਦੇ ਵਿੱਚ ਆਉਂਦਾ ਕਿ ਤੁਹਾਡੇ ਜਿੱਦਾਂ ਦਾਦਾ ਜੀ ਜਿਹੜੇ ਸਨ, ਫਿਰ ਬਾਕੀ ਦਾ ਪਰਿਵਾਰ ਤਾਂ ਇੰਡੀਆ ਦੇ ਵਿੱਚ ਹੀ ਸੀਗਾ, ਜਿੱਦਾਂ ਤੁਹਾਡੇ ਜਿਹੜੀ ਦਾਦੀ ਜੀ ਸਨ ਉਹ ਇੰਡੀਆ ਦੇ ਵਿੱਚ ਸੀ, ਫਿਰ ਉਹਨਾਂ ਨੂੰ ਕਿਹੜੇ ਸੰਨ ਦੇ ਵਿੱਚ ਉਹ ਲੈ ਕੇ ਆਏ? ਉਹ ਜੀ ਖੇਦ ਆਏ ਦੱਸਣਾ ਚਾਹੁੰਦਾ ਨੇ ਮੈਂ, ਦਾਦੀ ਆਈ ਨਹੀਂ ਸਾਡੀ। ਅੱਛਾ ਜੀ ਉਹ ਉੱਥੇ ਵਾਹ, ਉਹ ਸਾਡਾ ਛੋਟਾ ਚਾਚਾ ਉੱਥੇ ਰਿਹਾ, ਉਹਦੇ ਨਾਲ। ਛੋਟੇ ਚਾਚਾ ਜੀ ਉੱਥੇ ਰਹੇ। ਸੋ ਉਸ ਦੇ ਬਾਅਦ ਚੋਂ ਫਿਰ ਤੁਹਾਡੇ ਫਾਦਰ ਸਾਹਿਬ ਜਿਹੜੇ ਆ ਜੀ ਉਹਨਾਂ ਦਾ ਜਨਮ ਆਪਣੇ ਇੰਡੀਆ ਦਾ, ਇੰਡੀਆ ਸਾਰੇ ਤੇ ਇੰਡੀਆ ਦਾ, ਜੀ। ਤੇ ਉਥੋਂ ਫਿਰ ਜਦੋਂ ਨੈਚੁਰਲੀ ਤੁਸੀਂ ਕਿਹਾ ਕਿ ਉਹ ਕਦੀ ਵਾਪਸ ਹੀ ਨਹੀਂ ਗਏ, ਤੇ ਫਿਰ ਨਿਊਜ਼ ਇੱਕ ਦੂਜੇ ਨਾਲ ਪੈਸੇ ਦੇ ਪੱਖੋਂ ਫਿਰ ਉਹ ਵਾਪਸ ਭੇਜਦੇ ਹੁੰਦੇ ਸੀਗੇ ਪਰਿਵਾਰ ਨੂੰ, ਜਾਂ ਕਿਸ ਜੀ ਤਰ੍ਹਾਂ? ਹਾਂ, ਉਹ ਤਾਂ ਮੇਰੇ ਕਾ ਇੰਡੀਆ ਚ ਬੁਰਾ ਨਾ ਮੰਨੋ ਕਲਚਰ ਹੈ। ਹਾਂਜੀ ਜੀ ਹਾਂ, ट्यूबवेल लोना आया, मज्जा खरीदनी आया और कुछ कारण ਹੁੰਦਾ ਹੈ ਹਮੇਸ਼ਾ ਹਮੇਸ਼ਾ। ਤੇ ਕੁਛ ਨਾ ਕੁਛ ਉੱਥੇ ਮੰਗਦੇ ਹੀ ਹੈਗੇ ਆ। ਜਿਹੜਾ ਆਪਣਾ ਜਵਾਈ ਜਾਣਦਾ ਆ, ਸਾਡਾ ਸਰਬੰਸ ਸੀਗਾ ਕਿ ਉਹ ਚਾਚਾ ਸੀਗਾ, ਉਹਦੇ ਬੱਚੇ ਵੀ ਸੀ, ਚਾਚਾ ਤਾਂ ਪੂਰਾ ਹੋ ਗਿਆ, ਚਾਚੀ ਪੂਰੀ ਹੋ ਗਈ, तो ਉਹਦੇ ਬੱਚੇ ਸੀਗੇ ਤਾਂ ਸਾਡਾ ਉਸ ਆਪਣੀ ਅਭੀ ਅਜੇ ਵੀ ਸਾਡੀ 15 ਬਿੱਗਾ ਜ਼ਮੀਨ ਮੇਰੇ ਭਾਈ ਦੇ ਨਾਂ ਤੇ ਆ, ਉੱਥੇ ਹੈਗੀ ਆ, ਦਿੱਤੀ ਅਸੀਂ ਉਹਨਾਂ ਨੂੰ ਆਪਣੇ ਕਜ਼ਨ ਨੂੰ ਦਿੱਤੀ ਆ। ਸੋ ਤੁਹਾਡੇ ਜਦੋਂ ਫਾਦਰ ਸਾਹਿਬ ਆਪਣੇ ਆਏ ਪੰਜਾਬ ਤੋਂ, ਉਹਨਾਂ ਦੀ ਉਮਰ ਕੀ ਸੀ? ਫਾਦਰ 18 ਸਾਲ ਦਾ ਮੇਰੇ 18 ਸਾਲ ਦੀ। 18 ਸਾਲ, ਤੇ ਉਹ ਵੀ ਇਕੱਲੇ ਹੀ ਆਏ ਜੀ ਨੇ? ਮਾਦਰ ਸੰਗੀ ਤੁਹਾਡੇ ਮਦਰ ਜਿਹੜੀ ਉਹਨਾਂ ਦੇ ਨਾਲ, ਫਿਰ ਉਹਨਾਂ ਦਾ ਵਿਆਹ ਜਿਹੜਾ ਨੈਚੁਰਲੀ 18 ਸਾਲ ਤੋਂ ਪਹਿਲੋਂ ਪੰਜਾਬ ਦੇ ਵਿੱਚ ਹੋਇਆ। ਸਾਰੇ ਚਾਚਿਆਂ ਦਾ ਹੋ ਗਿਆ ਸੀ। ਸੋ ਤੁਹਾਡੇ ਨਾਨਕੇ ਕਿੱਥੇ ਆ ਪੰਜਾਬ ਦੇ ਵਿੱਚ? ਮੇਰੇ ਨਾਨਕੇ ਹੋਏ ਆ ਬਾੜੀਆਂ। ਅੱਛਾ, ਬਾੜੀਆਂ ਤੋਂ। ਠੀਕ ਹੈ। ਸੋ ਜਦੋਂ ਫਿਰ ਆਪਣੇ ਆਏ ਪੰਜਾਬ ਦੇ ਵਿੱਚ, ਸੌਰੀ ਪੰਜਾਬ ਤੋਂ ਆਏ ਜਿਹੜੇ ਫੀਜੀ, ਤੇ ਨੈਚੁਰਲੀ ਤਦ ਤੱਕ ਤੁਹਾਡੇ ਬਜ਼ੁਰਗ ਉਹਨਾਂ ਨੇ ਆਪਣੀ ਜ਼ਮੀਨ ਖਰੀਦ ਲਈ ਸੀ ਤੇ ਆਪਣਾ ਉਹਨਾਂ ਨੇ ਅੱਡਾ ਜਿਹੜਾ ਕਾਇਮ ਕਰ ਲਿਆ ਸੀ। ਜੀ ਹਾਂ। ਸੋ ਇਸ ਸਾਰੇ ਦੇ ਦੌਰਾਨ ਕਦੀ ਇਦਾਂ ਨਹੀਂ ਹੋਇਆ ਕਿ ਉਹਨਾਂ ਨੇ ਵਾਪਸ ਜਾਣ ਦੀ ਸੋਚੀ ਕਿ ਆਹ ਤਾਂ ਮਾੜਾ ਡਿਸੀਜਨ ਲੈ ਲਿਆ, ਜਾਂ ਆਹ ਤਾਂ ਨਹੀਂ ਇੰਨਾ ਵਧੀਆ ਵਾ, ਪੈਸੇ ਕਮਾ ਲੈ ਤੇ ਚਲੋ ਚਲੀਏ ਵਾਪਸ ਉੱਥੇ ਇੰਡੀਆ, ਪਾਉਂਡ ਕਮਾ ਲਿਆ ਜਿੱਦਾਂ ਤੁਸੀਂ ਦੱਸਿਆ ਚੰਗੇ ਠੋਕ ਕੇ, ਤੇ ਬਸ ਆਪਣਾ ਹੁਣ ਜਾ ਕੇ ਉੱਥੇ ਪਿੱਛੇ ਇੰਡੀਆ ਜਿਹੜਾ ਪਰਿਵਾਰ ਦੇ ਨਾਲ ਰਹੀਏ, ਇਸ ਤਰ੍ਹਾਂ ਨਹੀਂ ਕਦੀ ਮੂਡ ਆਇਆ ਪਰਿਵਾਰ? ਜੀ ਫੀਜੀ ਜਿੰਨੇ ਬੰਦੇ ਗਏ, ਆਪਣੇ ਹਿੰਦੂ ਤਾਂ ਆਪਣੇ ਸਿੱਖ, ਉਹਨਾਂ ਦੀ ਮੋਟਿਵ ਹੀ ਸੀਗੀ ਕਿ ਮੁੜ ਕੇ ਜਾਣਾ ਸੀ। ਮੁੜ ਕੇ ਜਾਣਾ? ਜੀ ਹਾਂ, ਮੁੜ ਕੇ ਜਾਣਾ। ਕਈ ਗਏ ਬਟ ਗਏ ਬਹੁਤ ਕਮਤੀ ਮੁੜ ਕੇ ਗਏ, ਹਿੰਦੂ ਵੀ ਬਹੁਤ ਕਮਤੀ ਮੁੜ ਕੇ ਗਏ। ਉਹ ਜਿਹੜੇ ਐਗਰੀਮੈਂਟ ਗਿਰਮਟ वो अपने सिख भी बहुत भाई मेरी माँ मुड़ के चले गए। वो कारण ये गए, वो ऐसे साडियां भेड़ा सी उन्होंने का ब्याह कराने गए होते हैं, तो अपनी सिक्खी का बहुत तगड़ा अप्रोच सीगा। सो ਵਿਆਹ ਜਿਹੜਾ ਭੈਣ ਦਾ ਤੇ ਲੜਕੇ ਦਾ ਉਹ ਇੰਡੀਆ ਦੇ ਵਿੱਚ ਹੋਇਆ? ਜੀ ਹਾਂ। ਉਹ ਫਿਰ ਲੜਕਾ ਉੱਥੇ ਜਾਣਾ, ਜੀ ਹਾਂ, ਮੁੜ ਕੇ ਨਵਾਂ ਸ਼ਹਿਰ ਦੇ ਵਿੱਚ ਜਾ ਕੇ ਫਿਰ ਤੁਸੀਂ ਜਿਹੜਾ ਢੋਲ ਖੜਕਾਉਣਾ ਕਿ ਆ ਗਿਆ ਆ ਫੀਜੀ ਵਾਲੇ ਸਿੱਖ, ਤੇ ਹੁਣ ਅਸੀਂ ਵਿਆਹ ਇੱਥੇ ਕਰਾ ਕੇ ਜਾਣਾ ਹੈ ਜੀ। ਸੋ ਨੈਚੁਰਲੀ ਤੁਹਾਡੇ ਜਿਹੜੇ ਫਾਦਰ ਸਾਹਿਬ ਸਨ 18 ਸਾਲ ਦੀ ਉਮਰ ਦੇ ਵਿੱਚ ਆ ਗਏ, ਤੇ ਸਾਰੀ ਉਮਰ ਫਿਰ ਫੀਜੀ ਚ ਰਹੇ? ਹਾਂ, ਉਹਦੇ ਬਾਅਦ 7 ਸਾਲ ਫਿਰ ਗਿਆ ਇੰਡੀਆ ਸੀਗਾ। ਅਸੀਂ ਛੋਟੀ ਜਿਹੀ ਸਾਨੂੰ ਛੱਡ ਕੇ ਚਲੇ ਗਿਆ ਇੰਡੀਆ। ਅੱਛਾ ਜੀ ਹਾਂ। ਤਾਂ ਫਿਰ ਅਸੀਂ ਚਾਚੇ ਦੇ ਨਾਲ ਰਹੇ, ਚਾਚੇ ਚਾਚੀਆਂ ਨਾਲ ਉਹ ਆਪਣੀ ਜ਼ਿੰਦਗੀ ਕੱਟੀ। ਤਾਂ ਫਿਰ ਮੁੜ ਕੇ ਆਇਆ, ਤਾਂ ਫਿਰ ਯਾਰ ਇਹ ਬੜੇ ਮੇਰੇ ਖਿਆਲ ਜਿੱਦਾਂ ਪੰਜਾਬੀ ਆਮ ਰਹਿੰਦੇ ਆ, ਬੜੇ ਮਿਹਨਤੀ ਸੀਗੇ ਜੀ। ਉਹ ਸਾਰੇ ਜਿੱਥੇ ਅਸੀਂ ਹੁਣ ਰਹਿੰਦੇ ਆ 38 ਕੇ ਚੌਲੇ ਉਸ ਅਸੀਂ ਵੀ ਕੇਮ ਵੈਰੀ ਬਿਗ ਐਮਪਲੋyer। ਅੱਛਾ। ਉਹ ਜਿੰਨਾ ਵੀ ਆਰ ਸਰਾਊਂਡਡ ਬਾਈ ਹਿੰਦੂਜ਼, ਦੀ ਮੁਸਲਿਮਸ, ਦੀ ਫਿਜੀਅਨਸ, ਐਂਡ ਸਾਰਿਆਂ ਨੂੰ ਹੁਣ ਇੰਨਾ ਸਾਡੀ ਇੱਜ਼ਤ ਕਰਨੀ, ਇੱਕ ਜਸਟ ਵਨ ਸਿੱਖ ਫੈਮਿਲੀ। ਅੱਛਾ। ਐਂਡ ਜਿੰਨੇ ਨੇ ਇੰਨੀ ਸਾਡੀ ਇੱਜ਼ਤ ਕਰਨੀ, ਜੋ ਵੀ ਆ ਮਹਾਜਨ ਸਤਰੀ ਕਾਲ, ਉਹ ਕਿੱਦਾਂ ਹੈ ਯਾਰ, ਸਾਡੇ 30 ਬਿੱਗੇ ਸਾਰੇ ਤੇ ਗੰਨਾ ਹੀ ਬੋਇਆ। ਅੱਛਾ। ਇੰਨਾ ਗੰਨਾ ਹੋਇਆ ਉਸ ਵੇਲੇ, ਵੈਰਾਈਟੀ ਵੀ ਗੰਨੇ ਦੀ ਨਹੀਂ, और ना फार्म मशीनरी सी, ना फर्टिलाइजर, ना कैमिकल, ना कुछ नहीं सीगा। पर साढ़े उतों 30 बिगो जैसी 11
100 ਟਨ ਗੰਨਾ ਕੱਢਦੇ ਸੀ। 1100 ਟਨ। ਹਾਂ ਜੀ। ਤੇ ਫਿਰ ਉਸ ਟਾਈਮ ਟਰੈਕਟਰ ਤਾਂ ਮੇਰੇ ਖਿਆਲ ਨਹੀਂ ਹੋਣੇ, ਨਾ ਬੋਲਦੇ ਰਹੇ ਤਾਂ ਘੋੜੇ ਸੀਗੇ, ਬੌਲ ਤੇ ਘੋੜੇ, ਤੇ ਫਿਰ ਤਾਂ ਜ਼ੋਰ ਦੁੱਗਣਾ ਲੱਗਦਾ ਹੋਣਾ। ਜੀ ਹਾਂ, ਬਟ ਉਹ ਸਾਡੇ ਕਰਮਚਾਰੀ ਆ ਜਾਂਦੇ ਉਸ ਵੇਲੇ, ਇਹ ਸੀਗਾ ਕਿ 20 ਸੈਂਟ ਜਾਂ 50 ਸੈਂਟ ਦਿਹਾੜੀ ਦੇ। ਸੋ ਨੈਚੁਰਲੀ ਜਦੋਂ ਪਰਿਵਾਰ ਇੱਥੇ ਫਾਰਮ ਦੇ ਉੱਤੇ ਗਰੋ ਅਪ ਹੋ ਰਿਹਾ ਸੀਗਾ ਤੇ ਫਿਰ ਗਾਂ ਆ ਕੇ ਪਰਿਵਾਰ ਵਧਿਆ, ਤੁਸੀਂ ਤੁਹਾਡਾ ਜਨਮ ਫਿਜੀ ਦਾ। ਜੀ ਹਾਂਜੀ। ਤੇ ਕਿੰਨੇ ਭੈਣ ਭਰਾ ਹੋ ਤੁਸੀਂ? ਅਸੀਂ we brothers and sisters, we are 6 brothers and 2 sisters. ਵਾਹ। And my chacha ji, second one, he was JP, Justice of Peace, and he was a third class magistrate, and he was just like a mayor here, or what do you call it, chairman. He was the chairman of Suba city, and he was Nasori, or the gaon, all of them. ਉਹਦੇ ਜ਼ਿੰਮੇਵਾਰੀ ਸੀਗੀ, you name it. ਸੋ ਸੂਬਾ ਜਿਹੜਾ ਮੈਂ ਕਹਾਂ ਕਿ ਕਮਰਸ਼ਲੀ ਦੇਖੀਏ 90 ਨਾਲੋਂ ਵੀ ਜ਼ਿਆਦਾ ਸਰਗਰਮ ਵੱਡਾ ਸ਼ਹਿਰ ਆ, ਉਸ ਦੇ ਵਿੱਚ ਉਹਨਾਂ ਨੇ ਕਾਫੀ ਕੰਟਰੀਬਿਊਟ ਜਿਹੜਾ ਬਹੁਤ ਜ਼ਿਆਦਾ ਕੀਤੀ ਉਹਨਾਂ ਕੰਟਰੀਬਿਊਸ਼ਨ ਹੈ। ਤਾਂ ਮੈਂ ਉਹਦਾ ਟੇਰੀ ਬੋਲ ਰਹਿੰਦਾ ਹੁੰਦਾ ਸੀਗਾ, ਤਾਂ ਹੀ ਮੈਨੂੰ ਵੀ ਦਿਲਚਸਪੀ ਪੈ ਗਈ ਜਾਂ ਕਮਿਊਨਿਟੀ ਸੇਵਾ ਵਿੱਚ, ਕਿਉਂਕਿ ਘਰੇ ਆਉਂਦੇ ਜਾਂਦੇ ਰਹਿੰਦੇ ਸੀ ਸਾਰੇ, ਬੈਠੇ ਰਹਿਣਾ। ਜਿੱਦਾਂ ਕਹਿਣਾ ਕਿ ਪਿੰਡ ਦੇ ਜਦੋਂ ਸਰਪੰਚ ਦੇ ਘਰੇ ਨਿਆਣਾ ਉਹ ਚਾਹ ਫੜ ਕੇ ਉਹਨੂੰ ਵੀ ਗੱਲਾਂ ਦਾ ਸ਼ੌਕ ਪੈ ਜਾਂਦਾ ਕਿ ਅੱਜ ਕੀ ਕੇਸ, ਅੱਜ ਕੀ ਬਾਪੂ ਨੇ ਜਿਹੜਾ ਸੋਲਵ ਕਰਨਾ ਨੈਚੁਰਲੀ। ਸੋ ਤੁਸੀਂ ਤੁਹਾਡਾ ਜਨਮ ਜਿਹੜਾ ਸੂਬਾ ਦਾ, ਹਾਂਜੀ ਹਾਂਜੀ, ਕਿਹੜੇ ਸਾਲ ਦੇ ਵਿੱਚ ਤੁਹਾਡਾ ਜਨਮ ਹੋਇਆ? 1943। ਤੇ ਤੁਸੀਂ ਤੁਹਾਡੇ ਤੋਂ ਵੱਡੀਆਂ ਭੈਣਾਂ ਤੁਸੀਂ ਦੱਸਿਆ? ਜੀ ਹਾਂ, ਵੱਡਾ 2 ਭਰਾ ਸੀ, 2 ਭੈਣਾਂ ਸੀ ਤੁਹਾਡੇ ਤੋਂ ਵੱਡੀਆਂ। तो एक था अपने वो भी 2-4 महीने हुए ना, चढ़ाई कर गई, वो जलंधर ही रहती रही, ਮਾਡਲ ਟਾਊਨ ਇੱਥੋਂ ਜਾ ਕੇ ਉੱਥੇ ਜਲੰਧਰ ਰਹਿੰਦਾ ਰਿਹਾ। ਆਪੇ ਆ ਗਈ ਸੀ ਕੈਨੇਡਾ, ਕੈਨੇਡਾ ਦਾ ਅੱਛਾ ਗਈ ਹੋਈ ਸੀ ਘੁੰਮਣ ਉਧਰ। ਅੱਛਾ, ਘੁੰਮਣ ਗਏ? ਹਾਂ, ਘੁੰਮਣ ਗਏ ਸੀ ਤਾਂ ਉਹਦਾ ਉੱਥੇ ਪੂਰੇ ਹੋਏ। ਅੱਛਾ, ਸੋ ਜਦੋਂ ਫਿਰ ਤੁਸੀਂ ਨੈਚੁਰਲੀ ਉੱਥੇ ਕਾਫੀ ਵੱਡਾ ਪਰਿਵਾਰ, ਤੁਸੀਂ ਦੱਸਿਆ ਇੱਕੋ ਇਕੱਲਾ ਸਿੱਖ ਪਰਿਵਾਰ, ਬਾਕੀ ਸਾਰੇ ਨਾਨ ਸਿੱਖ ਜਿਹੜੇ ਇੰਡੀਅਨ ਹਿੰਦੁਸਤਾਨੀ ਜਿਹੜੇ ਉੱਥੇ ਸੀਗੇ, ਤੇ ਫਿਰ ਤਾਂ ਜ਼ਿੰਦਗੀ ਜਿਹੜੀ ਖਾਸ ਕਰਕੇ ਆਪਣੇ ਤੁਸੀਂ ਜੇ ਦੇਖੀਏ ਜਿਹੜੀ ਸਾਬਤ ਸੂਰਤ ਹਜੇ ਵੀ ਸਿੱਖੀ ਦੇ ਵਿੱਚ, ਉਹ ਨੈਚੁਰਲੀ ਉਹ ਸਾਰਾ ਫੈਮਿਲੀ ਦੇ ਲਈ ਆਪਣੇ ਵਜੂਦ ਨੂੰ ਬਰਕਰਾਰ ਰੱਖਣਾ ਬਹੁਤ ਇੰਪੋਰਟੈਂਟ ਇੱਕ ਮੰਨਿਆ ਜਾਂਦਾ ਸੀ। ਜੀ ਹਾਂ ਜੀ, ਉਹ ਸਭ ਸਾਡੇ ਬਾਬੇ ਜੀ ਦੀ, ਅਸੀਂ ਸਾਰੇ ਜਿੰਨੇ ਵੀ ਅਸੀਂ ਕਜ਼ਨ ਸੀ 11 ਸੋਕਾ ਟੀਮ ਸੀ ਸਾਡੀ, ਅਸਲੀ ਸੋਕਾ ਟੀਮ ਹੈ, ਖਾਲਸਾ ਸੋਕਾ ਟੀਮ ਵੀ ਰੱਖੀ ਸੀਗੀ, ਜਾ ਖੇਲਣਾ ਜਾਏ। ਤਾਂ ਸਾਰਿਆਂ ਦੇ ਸਭ ਕੇਸ ਸਾਰਿਆਂ ਦੇ ਸੀਗੇ, ਪੱਗ ਬੰਨਦੇ ਹੁੰਦੇ ਸੀ ਸਾਰੇ, ਪਿੱਛੇ ਫਿਰ ਜਦ ਓਵਰਸੀਜ਼ ਗਏ ਕੈਨੇਡਾ ਤਾਂ ਅਮਰੀਕਾ, ਤਾਂ ਫਿਰ ਪੱਗਾਂ ਲਈਆਂ। ਸੋ ਪੰਜਾਬੀ ਜਿਹੜੇ ਉਹ ਸੂਬਾ ਦੇ ਵਿੱਚ ਤਾਂ ਸਿੱਖ ਸਨ, ਲੇਕਿਨ ਤੁਹਾਡੇ ਜਿਹੜੇ ਏਰੀਏ ਦੇ ਵਿੱਚ ਉੱਥੇ ਬਿਲਕੁਲ ਕੋਈ ਨਹੀਂ। ਅੱਛਾ, ਸੋ ਜਦੋਂ ਫਿਰ ਤੁਸੀਂ ਉੱਥੇ ਨੈਚੁਰਲੀ ਵੱਡੇ ਹੋਏ ਤੇ ਫਿਰ ਸਕੂਲ ਕਿਹੜੇ ਗਏ ਉੱਥੇ? ਅੱਛਾ, ਸਕੂਲ ਉੱਥੇ ਪ੍ਰਬੰਧ ਸਾਰੀ ਜਗ੍ਹਾ ਸੀਗਾ, ਹਾਂਜੀ, ਇਹ ਸਕੂਲ ਪ੍ਰਬੰਧ ਸੀਗਾ ਸਾਰੀ ਜਗ੍ਹਾ, ਗਾँव 'ਚ ਪਿੰਡਾਂ 'ਚ, ਔਰ ਪੜ੍ਹਾਈ ਸੋਹਣੀ ਹੁੰਦੀ ਸੀਗੀ। ਸੋ ਕਿਹੜੇ ਸਕੂਲ ਤੁਸੀਂ ਨਾਰਮਲ ਫਿਜੀ ਦੇ ਜਿਹੜੇ ਇੱਕ ਸਰਕਾਰੀ ਪਬਲਿਕ ਸਕੂਲ ਦੇ ਵਿੱਚ ਪੜ੍ਹੇ ਜੀ ਉੱਥੇ? ਜਿੱਥੇ ਪ੍ਰਾਈਵੇਟ ਸਕੂਲ ਪੜ੍ਹੇ। ਪ੍ਰਾਈਵੇਟ ਸਕੂਲ ਪੜ੍ਹੇ। ਉੱਥੇ ਕਿਹੜੀਆਂ ਜ਼ਬਾਨਾਂ ਸਿੱਖੀਆਂ ਤੁਸੀਂ? ਇੰਗਲਿਸ਼ ਤਾਂ ਹਿੰਦੀ ਪੜ੍ਹੋ ਸੀਗੇ, ਤਾਂ ਜਿਹੜੇ ਦੋ ਇੰਗਲਿਸ਼ ਤਾਂ ਹਿੰਦੀ, ਤਾਂ ਜਿਹੜੀ ਫਿਜੀਅਨ ਲੈਂਗੁਏਜ ਰਹੀ ਤਾਂ ਅਸੀਂ ਬਾਹਰ ਮਿਲ ਕੇ ਬੰਦਿਆਂ ਨੇ ਸੋਕਰ ਖੇਲਿਆ ਜਾਣਾ, ਤਾਂ ਉੱਥੇ ਸਿੱਖ ਲਿਆ ਬਹੁਤ ਕਾਇਬੀਤੀ ਬਾਤ ਰਹੀ, ਕਾਫੀ ਸਾਰੇ ਚੰਗੀ ਤਰ੍ਹਾਂ ਸੀ ਬੋਲ ਲੈਂਦੇ ਆ, ਕਿਉਂਕਿ ਕਾਇਬੀਤੀ ਬਹੁਤ ਵੱਖਰੀ ਆ ਹਿੰਦੀ ਨਾਲੋਂ, ਤੇ ਇੰਗਲਿਸ਼ ਤਾਂ ਬਿਲਕੁਲ ਟੋਟਲ ਡਿਫਰੈਂਟ ਜ਼ਬਾਨ ਹੈ। ਉਸ ਸਮੇਂ ਜਿਹੜੇ ਲੋਕਲ ਸਨ ਉਹਨਾਂ ਦੇ ਨਾਲ ਕਿੱਦਾਂ ਦੇ ਰਿਲੇਸ਼ਨਸ਼ਿਪ ਸੀ ਇੰਡੀਅਨਸ ਦੇ? ਮੈਂ 1920 1930 1940 ਜਿੱਦਾਂ ਤੋਂ ਤੁਹਾਡੇ ਜਨਮ ਦੇ ਆਲੇ ਦੁਆਲੇ ਦੀ ਮੈਂ ਗੱਲ ਕਰ ਰਿਹਾ। ਅੱਛਾ, ਇਹ ਬੜੀ ਥੋੜੇ ਸੁਸ਼ਵਲ ਕਰ ਲਈਏ। ਹਾਂਜੀ, ਸਾਡੇ ਬਜ਼ੁਰਗ ਬਹੁਤ ਤਕੜੇ ਸੀਗੇ ਨਾ, ਆਵਾਜ਼ ਬਹੁਤ ਤਕੜੀ ਸੀਗੀ। ਹਾਂ, ਜਿਹੜੇ ਉੱਥੇ ਦੇ ਫਿਜੀਅਨ ਸੀਗੇ, ਫਿਜੀਅਨ ਨੂੰ ਦੇਖਣਾ ਕਿ ਉਹ ਬਾਬਾ ਦਲੀਪ ਸਿੰਘ ਦਾ ਉੱਥੋਂ ਦੂਰੋਂ ਦੇਖ ਲੈਣਾ, ਉਹ ਜਿਹੜੇ ਫਿਜੀਅਨ ਸੀਗੇ ਉਹਨਾਂ ਨੇ ਭਜਨਾ ਗੰਨੇ ਜਾ ਕੇ ਲੁਕ ਜਾਣਾ। ਚੰਗੇ ਦਲੇਰ ਤੇ ਏਦਾਂ ਬਸ ਫਿਰ ਉਹ ਦੇਖਦੇ ਇਹ ਦੇਖ ਕੇ ਚਲੇ ਗਏ, ਤਾਂ ਫਿਰ ਨਿਕਲ ਕੇ ਫਿਰ ਆਪਣੇ ਪਿੰਡ ਜਾਣਾ।
ਇਦਾਂ ਹੀ ਸਾਡੇ ਬਜ਼ੁਰਗ ਉਹ ਸਾਡੇ ਚਾਚੇ ਉਹਨਾਂ ਦੀ ਆਵਾਜ਼ ਬਹੁਤ ਉਹਨਾਂ ਨੇ ਇਹ ਸਾਡੇ ਦੋ ਮਕਾਨ ਇੱਕ ਬੈਚਲਰਸ ਕੁਆਟਰ ਸੀਗਾ ਜਿਹੜਾ ਗੈਸਟ ਹਾਊਸ ਇੱਕ ਇਧਰ ਫੈਮਿਲੀ ਹਾਊਸ ਹਾਂ तो उत्थों हाक बनाओ चाह लिया दे मुंडियो कोई आया तो बाबा इतना करे इतना चाह मंगता होता कि चाह लिया कोई आया नहीं चाह पहले जा जा ਲਾਊਡ ਸਪੀਕਰ ਜਿੱਦਾਂ ਮਾਰ ਕੇ ਪੂਰਾ ਉਹਨਾਂ ਦਾ अगर वो कई बीती उन्होंने आवाज सुनते हैं कि आवाज मारी इंदा अपने वो चाह ले आवाज मेरी वो जात कई बीती जेड़े फीजी है वो गन्ने च बैठो ਉਹਨਾਂ ਨੇ ਚਾਹ ਲਈ ਆਵਾਜ਼ ਮਾਰਨੀ ਤੇ ਉਹਨਾਂ ਨੇ ਗੰਨੇ 'ਚ ਮਾਰਨੇ सही गल एकदम वो जेड़े बंदे बंदे कई बीती सानू दस दे मैं ਅਸੀਂ ਬੜੇ ਆਂਦੇ ਕਹਿੰਦੇ ਇਹ ਗੱਲ ਮੈਂ ਪੜ੍ਹੀ ਆ ਸੁਣੀ ਆ ਬਜ਼ੁਰਗਾਂ ਤੋਂ ਕਿ ਇੰਨੇ ਤਕੜੇ ਸੀ ਸਾਡੇ ਖਾਸ ਕਰਕੇ ਮਾਝੇ ਤੋਂ ਮਾਲਵੇ ਤੋਂ ਦੁਆਬੇ ਦੇ ਉਸ ਸਮੇਂ ਕਿ ਉਹਨਾਂ ਨੂੰ ਲਿਆਇਆ ਹੀ ਉਹ ਜਿਹੜੇ ਲੰਬੇ ਉੱਚੇ ਲੰਬੇ ਗੋਰੇ ਲੈ ਕੇ ਆਏ ਤਾਂ ਕਿ ਉਹ ਫਿਰ ਜੇ ਦੋ ਸਿਰ ਪੜਾਉਣੇ ਹੋਣ ਫੀਜਨਾਂ ਦੇ ਤੇ ਉਹ ਵੀ ਪੜਾ ਸਕਦੇ ਸੀਗੇ ਕਿ ਇੰਨੀ ਜਾਨ ਸੀ ਉਹਦੇ ਵਿੱਚ ਕਿਉਂਕਿ ਨੈਚੁਰਲੀ ਘੁੰਮ ਘੁਮਾ ਕੇ ਸ਼ਾਮ ਨੂੰ ਤਾਂ ਮੂਹਰੇ ਉਹੀ ਖੜੇ ਹੋਣੇ ਸੀ ਤੁਸੀਂ ਜਿੰਨਾ ਮਰਜ਼ੀ ਕਰ ਲਓ ਗੰਨਾ ਆਗ ਜਿਹੜਾ ਆਗ ਦੇ ਵਿੱਚ ਤਾਂ ਉਹੀ ਖੜੇ ਹੋਣੇ ਸੀ ਅੱਛਾ ਜੀ ਜੀ ਅੱਛਾ ਇਹ ਵੀ ਸਾਡੇ ਜਿਹੜੇ ਸਿੱਖ ਸੀਗੇ ਜੀ ਤਕੜੇ ਬਹੁਤ ਸੀਗੇ ਨਾ ਕਕਦ ਦੇ ਤਕੜੇ ਉਦਾਂ ਵੀ ਹਿੰਮਤੀ ਬਹੁਤ ਸੀਗੇ ਉਹ ਤਾਂ ਕਿਤੇ ਵੀ ਤਾਂ ਕਹਿੰਦਾ ਕਿ ਜਿਹੜੇ ਸੂਬਾ ਸੀਗੀ ਇਹ ਜਾ ਕੇ ਹੋਟਲਾਂ 'ਚ ਦਾਰੂ ਪੀ ਲੈਂਦੇ ਸੀਗੇ ਸਾਡਾ ਚਾਚਾ ਵੀ ਹੁੰਦਾ ਸੀਗਾ ਭਾਈਆ ਤਾਂ ਕੰਮ ਬਿਲਕੁਲ ਜਾਂਦਾ ਨਹੀਂ ਸੀਗਾ ਜੀ ਤੇ ਜਿਹੜਾ ਸਾਡਾ ਛੋਟਾ ਚਾਚਾ ਸੀ ਕਦ ਉਹ ਉਹਨਾਂ ਜਲ ਲੈ ਤੇ ਪਿੰਡ ਪੀ ਕੇ ਤੇ ਸ਼ਰਾਬੀ ਹੋ ਕੇ ਪੈਸੇ ਪਾ ਲੈਣੇ ਇੱਥੇ ਚੱਕ ਕੇ ਹੱਥ ਇਦਾਂ ਕੱਢੋ ਮੇਰਾ ਪੈਸਾ ਕੋਈ ਚਲੇ ਕਹਿੰਦਾ ਕਿ ਪੈਸਾ ਕੱਢੋ ਮੇਰੇ ਇਦਾਂ ਦੀ ਸ਼ਰਾਰਤ ਵੀ ਕਰਦੇ ਹੁੰਦੇ ਮਾਲਕ ਜੀ ਇਹਨੂੰ ਪੂਰਾ ਲਲਕਾਰੇ ਮਾਰਨੇ ਆ ਜੀ ਉੱਥੇ ਬੈਠਿਆ ਮੱਗੇ ਕੱਢੋ ਜੀ ਮੱਗੇ ਕੱਢਦੇ ਹੀ ਪੂਰੇ ਸੋ ਤੁਸੀਂ ਛੋਟੇ ਹੁੰਦਿਆਂ ਜਦੋਂ ਇਹ ਜ਼ਿੰਦਗੀ ਦੇਖ ਰਹੇ ਸੀ ਇਹ ਜਿੱਦਾਂ ਆਪਾਂ ਕਹੀਏ ਕਿ ਅਮਰੀਕਨ ਵਾਈਲਡ ਲਾਈਫ ਇਹ ਰੀਅਲ ਟੂ ਵੈਸਟ ਜਿੱਦਾਂ ਆਪਾਂ ਕਹਿੰਦੇ ਵਾਈਲਡ ਵੈਸਟ ਆ ਕਿ ਤੁਹਾਨੂੰ ਉੱਥੇ ਪ੍ਰੋਟੈਕਟ ਕਰਨ ਨੂੰ ਸਿਰਫ ਤੁਸੀਂ ਸੀ ਹਾਂਜੀ ਕਿਸੇ ਨੇ ਨਹੀਂ ਆਉਣਾ ਸੀਗਾ ਉਹਨਾਂ ਦਿਨਾਂ ਤੁਸੀਂ ਆਪਣਾ ਕਿੱਲਾ ਆਪਣੀ ਜ਼ਮੀਨ ਆਪਣਾ ਘਰ ਪ੍ਰੋਟੈਕਟ ਕਰਨ ਦੇ ਲਈ ਤੁਹਾਨੂੰ ਸਟਰੋਂਗ ਹੋਣਾ ਪੈਣਾ ਹੈ ਤੇ ਉਹ ਤੁਸੀਂ ਇਕੱਠਿਆਂ ਰਹਿੰਦਿਆਂ ਡੇਰਾ ਆਪਣਾ ਕਾਇਮ ਇੱਕ ਕਿਸਮ ਦਾ ਕਰਕੇ ਸਾਰਾ ਪਰਿਵਾਰ ਜਿਹੜਾ ਇਕੱਠਿਆਂ ਰਿਹਾ ਹਾਂਜੀ ਹਾਂਜੀ ਇਹ ਵੀ ਮੈਂ ਦੱਸਦਾ ਹਾਂ ਅਸੀਂ ਰਹੇ ਇਕੱਠੇ ਸਾਨੂੰ ਡਰ ਕਿਸੇ ਚੀਜ਼ ਦਾ ਡਰ ਰਹੇ ਨਹੀਂ ਪ੍ਰੋਟੈਕਸ਼ਨ ਅਸੀਂ ਦੂਜਿਆਂ ਨੂੰ ਪ੍ਰੋਟੈਕਸ਼ਨ ਦਿੱਤਾ ਕਈ ਬਿੱਤੀਆਂ ਨੂੰ ਤਾਂ ਹਿੰਦੂਆਂ ਨੂੰ ਤਾਂ ਮੁਸਲਮਾਨਾਂ ਅਸੀਂ ਕੂ ਵੇਲੇ ਵੀ ਅਸੀਂ ਦਿੱਤਾ ਅੱਛਾ ਜੀ ਹਾਂ ਉਸ ਵੇਲੇ ਵੀ ਉੱਦਾਂ ਵੀ ਅਸੀਂ ਪ੍ਰੋਟੈਕਸ਼ਨ ਅਸੀਂ ਉਹਨਾਂ ਦਾ ਆਮੀ ਅਸੀਂ ਨੇ ਪੁਲਿਸ ਅਸੀਂ ਸਾਰੇ ਕੁਝ ਉਹਨਾਂ ਦੇ ਸੀ ਸੋ ਨਿਰਮਾਣ ਹਾਊਸ ਨੂੰ ਸਾਰੇ ਡੇਰੇ ਨੂੰ ਭੱਜਦੇ ਸੀ ਜਦੋਂ ਕੰਮ ਖਰਾਬ ਹੁੰਦਾ ਸੀ ਕਿ ਇਹਨਾਂ ਨੇ ਬਚਾਉਣਾ ਸਾਨੂੰ ਜੀ ਹਾਂ ਬਿਲਕੁਲ ਬਿਲकुल और कुछ पैसा कि थोड़ जाए क्या कुछ भी अगर वो हल होंगे ना हल लेंगे जो बाने ले हल साथ जाने खुरपियां जाने बोल भी जब बोल रहे वो भी साथ मंग के जाते ਤਾਂ ਉਹ ਇੰਨਾ ਸਾਡਾ ਜਿਹੜਾ ਰਿਸਪੈਕਟ ਹੋਇਆ ਜੀ ਕਰ ਲਿਆ ਸੀ ਤਾਂ ਮਾਨਤਾ ਇਦਾਂ ਹੋਈ ਉਹ ਸਾਰੀ ਵਾਹਿਗੁਰੂ ਦੀ ਕਿਰਪਾ ਸੀ ਬਿਲਕੁਲ ਤੁਸੀਂ ਇਹ ਬੜਾ ਇੰਟਰਸਟਿੰਗ ਚੈਪਟਰ ਖੜਾ ਕੀਤਾ ਕਿਉਂਕਿ ਦੇਖੋ ਉੱਥੇ ਤਾਂ ਕਿਸੇ ਨੂੰ ਆਵਾਜ਼ ਮਾਰਿਆ ਹੈਲਪ ਦੀ ਆਲੇ ਦੁਆਲੇ ਤਾਂ ਸੁਣਨੀ ਨਹੀਂ ਉੱਥੇ ਕਿਤੇ ਸੁਣਨੀ ਆ ਸੋ ਤੁਹਾਨੂੰ ਨੈਚੁਰਲੀ ਆਪਣੇ ਆਪ ਨੂੰ ਸੈਲਫ ਪ੍ਰੋਟੈਕਸ਼ਨ ਮੋਡ ਦੇ ਵਿੱਚ ਲੈ ਕੇ ਆਉਣਾ ਪੈਣਾ ਜਦੋਂ ਤੁਸੀਂ ਸਕੂਲ ਜਾ ਰਹੇ ਸੀ ਤੁਹਾਡੇ ਨਾਲ ਜਿਹੜੇ ਬਾਕੀ ਹੋਰ ਕਿੰਨੇ ਇੰਡੀਅਨਸ ਪੜ੍ਹਦੇ ਹੋਣਗੇ ਉਹ ਅਸੀਂ ਖਾਲੀ ਆਪਣੇ ਜਿੰਨੇ ਕਰੇ ਅਸੀਂ ਹੋਰ ਬਾਕੀ ਸਭ ਹਿੰਦੁਸਤਾਨੀ ਸੀਗੇ ਤੁਸੀਂ ਹਿੰਦੁਸਤਾਨੀ ਸੀਗੇ ਫਿਰ ਜ਼ਬਾਨ ਪੰਜਾਬੀ ਦੀ ਜਿਹੜੀ ਘਰ 'ਚ ਪੰਜਾਬੀ ਬੋਲੀ ਜਾਂਦੀ ਸੀ ਜੀ ਪੰਜਾਬੀ ਘਰੇ ਹੀ ਆ ਕੇ ਤਾਂ ਪਰਿਵਾਰ ਦੇ ਨਾਲ ਹੋਰ ਪੰਜਾਬੀ ਸੋ ਜਿਹੜੇ ਫਾਦਰ ਸਾਹਿਬ ਸੀ ਤੁਹਾਡੇ ਦਾਦਾ ਜੀ ਮਦਰ ਉਹ ਤੁਹਾਡੇ ਚਾਚੇ ਭੈਣਾਂ ਵੱਡੇ ਭਰਾ ਸਾਰੇ ਜਿਹੜੇ ਉਹ ਸਾਰੇ ਦੇ ਸਾਰੇ ਇਕੱਠਿਆਂ ਉਹ ਘਰ ਦਾ ਮਾਹੌਲ ਪਿਓਰ ਪੰਜਾਬੀ ਸੀ ਜੀ ਹਾਂ ਬਿਲਕੁਲ ਤੇ ਉਹ ਰਿਹਾ ਤੇ ਤੁਸੀਂ ਇੱਕ ਕਿਸਮ ਦੀ ਪੰਜਾਬੀ ਲਿਖਣੀ ਨਹੀਂ ਸਿੱਖੀ ਤੁਸੀਂ ਬੋਲ ਕੇ ਤੇ ਸੁਣ ਕੇ ਪੰਜਾਬੀ ਜਿਹੜੀ ਜੀ ਹਾਂ ਬਟ ਉਹ ਸਾਡੇ ਬਜ਼ੁਰਗਾਂ ਨੇ ਤਾਂ ਮਾਮਾ ਨੇ ਉਹ ਤਾਂ ਹਿੰਦੀ ਜਾਣਦੇ ਨਹੀਂ ਹੈ ਅੱਛਾ ਜੀ ਹੈ ਉਹ ਪੰਜਾਬੀ ਹਾਂ ਨੈਚੁਰਲੀ ਉਹ ਤਾਂ ਕਿਉਂਕਿ ਉਹ ਸਕੂਲ ਨਹੀਂ ਗਿਆ ਤੁਸੀਂ ਸਕੂਲ ਗਏ ਸੋ ਤੁਸੀਂ ਆਪਣੀ ਹਾਇਰ ਐਜੂਕੇਸ਼ਨ ਕਿੱਥੋਂ ਕੀਤੀ ਅੱਛਾ ਇਦਾਂ ਸਾਡੀ ਪਰਿਵਾਰ ਦਾ ਸਾਡੀ ਪਰਿਵਾਰ ਦੀ ਆਪਣੀ ਕਮਜ਼ੋਰੀ ਕੀ ਸੀਗੀ ਜੀ ਐਜੂਕੇਸ਼ਨ 'ਚ ਬਲ ਨਹੀਂ ਦਿੱਤਾ ਅੱਛਾ ਬਟ ਫਿਰ ਵੀ ਅਸੀਂ ਜਿੰਨੇ 19 ਜਣੇ ਅਸੀਂ
ਸਿਸਟਰ ਤਾਂ ਕਜ਼ਨ ਬ੍ਰਦਰਸ ਸਾਰਿਆਂ ਨੇ 12ਵੀਂ ਕਲਾਸ ਪੜ੍ਹੀ ਹੈ। ਕੀਤੀ। ਹਾਂ, ਕੀਤੀ ਸਾਰਿਆਂ ਨੇ ਸਾਰੇ। ਤੇ ਇਹ ਸੂਬਾ ਦੇ ਵਿੱਚ ਜਾ ਕੇ ਫਿਨਿਸ਼ ਕੀਤੀ ਕਿ ਉੱਥੇ ਹੀ ਆਪਣੇ? ਸੂਬਾ ਕੁਝ ਸੂਬਾ ਹਾਂ ਸੂਬਾ ਸਾਰੀ ਸੂਬਾ। ਜਿਹੜਾ ਸੂਬਾ ਕੀਤੀ ਹੈ ਸੈਕੰਡਰੀ ਸਕੂਲ। ਓਕੇ। ਸੋ 12ਵੀਂ ਦੇ ਬਾਅਦ ਚੋਂ ਫਿਰ ਤੁਸੀਂ ਐਜ਼ ਅ ਜੇ ਹੁਣ ਤੁਹਾਡੀ ਅੱਜ ਆਪਾਂ ਨੈਚੁਰਲੀ ਮੈਂ ਚਲੇ ਗਿਆ ਸੀ ਖਾਲਸਾ ਕਾਲਜ। ਤੁਸੀਂ ਖਾਲਸਾ ਕਾਲਜ। ਖਾਲਸਾ ਕਾਲਜ ਕਿੱਥੇ ਜੀ? ਕਿਹੜੀ ਜਗ੍ਹਾ ਖਾਲਸਾ ਕਾਲਜ? ਬਾਹ ਦੇ ਵਿੱਚ। ਬਾਹ ਸੂਬਾ ਤੋਂ ਕਿੰਨੀ ਦੂਰ ਹੈ? ਕੋਈ 400 ਮੀਲ। 400 ਮੀਲ। ਤੇ 400 ਮੀਲ ਫੈਮਿਲੀ ਨੇ ਫਿਰ ਡਿਸਾਈਡ ਕੀਤਾ ਕਿ ਖਾਲਸਾ ਕਾਲਜ, ਕਿਉਂਕਿ ਬਾਅਦ ਦੇ ਵਿੱਚ ਸਾਰੇ ਜਿਹੜੇ ਸਾਡੇ ਵਿਊਅਰਸ ਆ ਲਿਸਨ ਉਹਨਾਂ ਨੂੰ ਦੱਸ ਦਈਏ ਕਿ ਸਭ ਤੋਂ ਵੱਧ ਪੰਜਾਬੀਆਂ ਦੀ ਸਗੜੀ ਵਸੋਂ ਜਿਹੜੀ ਆ ਸਿੱਖਾਂ ਦੀ ਖਾਸ ਕਰਕੇ ਉਹ ਬਾਅਦ ਦੇ ਵਿੱਚ ਰਹੀ ਆ। ਪਿੱਛੇ ਹੋ ਗਈ ਸੀ। ਪਿੱਛੇ ਪਹਿਲੇ ਸੂਬੇ ਜ਼ਿਆਦਾ ਸੀ। ਪਹਿਲੇ ਸੂਬੇ ਦੇ ਵਿੱਚ। ਬਾਅਦ ਦੇ ਵਿੱਚ ਕਿਉਂ ਇੰਨੀ ਵਧੀ? ਮੇਰੇ ਖਿਆਲ ਉੱਥੇ ਜਿਹੜਾ EMPLOYMENT ਜਿਹੜਾ ਸ਼ੂਗਰ ਕੇਨ ਫਾਰਮਿੰਗ ਸੀਗੀ। ਅੱਛਾ। ਇਟ ਵਾਸ ਮੌਸਮ ਬੜਾ ਸੋਹਣਾ ਸੀ, ਮਿੱਟੀ ਬਹੁਤ ਸੋਹਣੀ ਸੀਗੀ, ਤਾਂ ਫਾਰਮਿੰਗ 'ਚ ਆਪਣੇ ਪੰਜਾਬੀ ਜ਼ਿਆਦਾਤਰ ਕੇਨ ਫਾਰਮਿੰਗ ਸੋ ਬਾਅਦ ਦੇ ਪੰਜਾਬੀਆਂ ਨੇ ਸਿੱਖਾਂ ਨੇ ਉੱਥੇ ਖਾਲਸਾ ਕਾਲਜ ਸਟੈਬਲਿਸ਼ ਕੀਤਾ। ਬਿਲਕੁਲ ਸਹੀ ਹੈ ਜੀ। ਨਹੀਂ ਤਾਂ ਬਾਅਦ ਇੱਕ ਪੰਜਾਬੀਆਂ ਦੇ ਸਾਰੇ ਫੀਜੀ ਦੇ ਪੰਜਾਬੀਆਂ ਨੇ ਸਾਰੇ ਫੀਜੀ ਦੇ ਤਾਂ ਅਸੀਂ ਸੋਰੀ ਇੱਥੋਂ ਗਏ ਉੱਥੇ ਪੜ੍ਹਨ। ਆਪਣਾ ਸਕੂਲ ਬਾਬੇ ਜੀ ਨੇ ਉੱਥੇ ਸਾਰਾ ਕੁਝ ਉੱਥੇ ਸਹਿਯੋਗ ਦਿੱਤਾ। ਰਾਈਟ। ਉਹਨਾਂ ਨੇ ਢਾਲ ਇਕੱਠੀ ਕੀਤੀ, ਉਹਦੀ ਸਥਾਪਤੀ ਦੇ ਵਿੱਚ ਨੈਚੁਰਲੀ ਉਹਨਾਂ ਨੇ ਪੈਸੇ ਜਿਹੜੇ ਆ ਉਹ ਵੀ ਆਪਣੇ ਦਸਵੰਧ ਕੱਢਿਆ ਉਹਨਾਂ ਨੇ ਆਪਣੀ ਕਮਾਈਆਂ ਦੇ ਵਿੱਚ। ਕਿੱਡਾ ਕੁ ਵੱਡਾ ਸੀ ਖਾਲਸਾ ਕਾਲਜ? ਉਸ ਵੇਲੇ ਕੋਈ 800 ਬੰਦੇ 800 ਬੱਚੇ ਸਾਰੇ ਇਕੱਲੇ ਸਿੱਖ ਹੀ ਸੀ? ਨਾ ਜੀ ਨਹੀਂ, ਉਹ 5% or 10% ਵਾਲੀ ਸਿੱਖ ਸੀ ਤੇ ਬਾਕੀ ਹਿੰਦੂ ਔਰ ਕੋਈ 1.5% ਜਾਂ 1% ਫੀਜੀਅਨ ਸੀਗੇ। ਸੋ ਮੈਜੋਰਿਟੀ ਜਿਹੜਾ ਸੀ ਉਹ ਹਿੰਦੂ ਪੰਜਾਬੀ ਜਾਂ ਹਿੰਦੂ ਆਪਣੇ ਜਿਹੜੇ ਯੂਪੀ ਤੋਂ, ਬਿਹਾਰ ਤੋਂ, ਤਾਮਿਲਨਾਡੂ ਤੋਂ, ਉਹ ਖਾਲਸਾ ਕਾਲਜ ਪੜ੍ਹੇ ਆ। ਕੀ ਆ ਉਹ ਜਿਹੜਾ ਸਾਡਾ ਪ੍ਰਿੰਸੀਪਲ ਦਾ ਕਾਨੂੰਨ ਜੋਗਿੰਦਰ ਸਿੰਘ ਕਾਨੂੰਨ। ਹਾਂਜੀ। ਉਹ he was a very good principal in a way. He was a discipline. ਉਹ ਜੋ ਜਿੱਦਾਂ ਵੀ ਉਹ ਸਕੂਲ 'ਚ ਹਲਦਾ ਸੀਗਾ ਬੰਦਿਆਂ ਨੂੰ ਪਤਾ ਲੱਗ ਜਾਂਦਾ ਕਿ ਪ੍ਰਿੰਸੀਪਲ ਆਇਆ। ਉਹ ਬੰਦਿਆਂ ਨੇ ਬੱਚੇ ਜਿੰਨੇ ਬੱਚੇ ਬਹੁਤ ਚੰਗੀ ਤਰ੍ਹਾਂ ਆਪਣੀ ਸਕੂਲ ਦਾ ਕੰਮ ਚੰਗੀ ਤਰ੍ਹਾਂ ਕਰਦੇ ਸੀ। ਸੋ ਖਾਲਸਾ ਕਾਲਜ ਦਾ ਕੋਈ ਕ੍ਰਾਈਟੇਰੀਆ ਨਹੀਂ ਸੀਗਾ ਕਿ ਸਿਰਫ ਸਿੱਖ ਹੀ ਪੜ੍ਹ ਸਕਦਾ। ਉਹਨਾਂ ਦੇ ਉੱਥੇ ਹਿੰਦੂ ਜਿਹੜੇ ਹਿੰਦੁਸਤਾਨੀ ਫਿਰ ਮੁਸਲਿਮ ਵੀ ਪੜ੍ਹੇ ਤੁਸੀਂ ਦੱਸਦੇ ਆ। ਤੇ ਆਪਣੇ ਜਿਵੇਂ ਤੁਸੀਂ ਦੱਸਿਆ ਕਿ ਸਿੱਖ ਜਿਹੜੇ ਸਾਨੂੰ 10% ਹੀ ਸਨ ਤੇ ਨੈਚੁਰਲੀ ਫਿਰ ਤੁਹਾਡੇ ਲਈ ਉਹਨਾਂ ਨਾਲ ਕਨੈਕਟ ਹੋਣਾ ਇੱਕ ਦੂਜੇ ਦੇ ਨਾਲ, ਉਹ ਵੀ ਫਿਰ ਇੱਕ ਕਿਸਮ ਦਾ ਬੌਂਡ, ਇੱਕ ਦੂਸਰੇ ਦੇ ਨਾਲ ਦੋਸਤੀਆਂ ਯਾਰੀਆਂ ਪੈ ਗਈਆਂ। ਫਿਰ ਪੰਜਾਬੀਆਂ ਦਾ ਤਾਂ ਕੋਈ ਫਰਕ ਨਹੀਂ ਆ, ਸੇਮ ਕਲਚਰ। ਉਹ ਫੀਜੀ ਦੀ ਇੱਕ ਬੜੀ ਅਨੋਖੀ ਚੀਜ਼ ਹੈ ਜੀ। ਫੀਜੀ 'ਚ ਜਿਹੜੇ ਕੋਈ ਵੀ ਜਾਤ ਆ ਉਹ ਜਾਤੀ ਵਿੱਚੋਂ ਹੋਣ ਪਰ ਬਾਹਰੋਂ ਨਹੀਂ। ਐਵਰੀਬਾਡੀ ਸੇਮ। ਇੱਕ ਦੂਜੇ ਨਾਲ ਘੁਲ ਮਿਲ ਜਾਂਦੇ ਆ। ਜੀ ਹਾਂ। ਤਾਂ ਉਹ ਸਾਰਾ ਕੁਝ ਇੱਦਾਂ ਹੋਇਆ ਕਿ ਆਪਣੇ ਜਿਹੜੇ ਲੀਡਰ ਸੀਗੇ ਹਿੰਦੁਸਤਾਨੀ ਵੀ ਤਾਂ ਆਪਣੇ ਪੰਜਾਬੀ ਵੀ ਸਿੱਖ, ਉਹਨਾਂ ਨੇ ਇੱਦਾਂ ਡਿਪਿਕਟ ਕੀਤਾ ਕਿ we got to live together, we got to get together, we got to progress together. and ਫੀਜੀ ਇੱਦਾਂ ਪ੍ਰੋਗਰੈਸ ਕਰ ਰਹੀ ਸੀਗੀ। 87 ਕੂਚ ਤੇ ਅੱਗੇ 87 ਕੂਚ ਫਿਰ ਉਹ ਜਦ ਫਿਰ ਆਪਣੇ ਪ੍ਰਾਈਮ ਮਿਨਿਸਟਰ ਹਾਰਿਆ 17 ਸਾਲ ਬਾਅਦ ਤਾਂ ਫਿਰ ਕੂ ਹੋ ਗਿਆ। But over there, Fiji was a very beautiful country, and I must give credit to the Fijians, the indigenous Fijians. They were very good people. Still, they are very good people. But another leader, जिधर किसी भी जगह leader, ਉਹ ਖਰਾਬ ਸਨ, ਉਹ ਨੈਚੁਰਲੀ ਪੋਲੀਟੀਸ਼ੀਅਨ ਸਨ। ਸੋ ਜਦੋਂ ਤੁਸੀਂ ਖਾਲਸਾ ਕਾਲਜ ਗਏ ਕਿੰਨੇ ਚਿਰ ਉੱਥੇ ਪੜ੍ਹਾਈ ਕੀਤੀ? 4 ਸਾਲ। ਸੋ 4 ਸਾਲ ਬਾਅਦ ਚ ਤੁਸੀਂ ਉੱਥੇ ਡਿਗਰੀ ਹਾਸਲ ਕੀਤੀ? ਮੈਂ ਉੱਥੇ ਸੀਨੀਅਰ ਕੈਂਬਰਿਜ ਕੀਤੀ ਸੀ। ਅੱਛਾ ਜੀ। ਹਾਂ ਜੀ, ਸੀਨੀਅਰ ਕੈਂਬਰਿਜ। ਜੀ ਹਾਂ। ਅੱਛਾ। ਉਸ ਵੇਲੇ ਦੀ ਬਹੁਤ ਤਕੜੀ ਪੜ੍ਹਾਈ ਸੀਗੀ ਸੀਨੀਅਰ ਕੈਂਬਰਿਜ। ਜੀ। ਹੋਰ ਕਿੰਨੇ ਪੰਜਾਬੀਆਂ ਨੇ ਫਿਨਿਸ਼ ਕੀਤੀ ਹੋਊਗੀ ਤੁਹਾਡੇ ਨਾਲ ਉਸ ਸਮੇਂ? ਉਹ ਕਈ ਰਹੇ ਜੀ। ਕੀ ਹੈ। ਸੋ ਉਸ ਦੇ ਬਾਅਦ ਚੋਂ ਫਿਰ ਪਰਿਵਾਰ ਨੇ ਜਾਂ ਤੁਸੀਂ ਕੀ ਡਿਸਾਈਡ ਕੀਤਾ ਅੱਗੇ ਤੁਸੀਂ ਕੀ ਡਿਸਾਈਡ ਕੀਤਾ? ਉਹ ਫਿਰ ਅੱਛਾ ਮੁੜ ਕੇ ਆ ਗਏ ਤਾਂ ਬਾਬਾ ਜੀ ਸਾਨੂੰ ਕਹਿੰਦਾ ਚਲੋ ਇੰਡੀਆ ਪੜ ਕੇ ਪੰਜਾਬ। ਅੱਛਾ ਜੀ। ਜੀ ਸਾਰਾ ਕੁਝ ਇੱਕ ਮੇਰਾ ਕਜ਼ਨ ਸੀਗਾ ਉਹ ਹੁਣ ਅਮਰੀਕਾ 'ਚ ਚਾਚੇ ਦਾ ਮੁੰਡਾ ਉਹ ਚਲੇ ਗਿਆ
तो मैं नहीं गया। मैं तो मेरा को चाचे का मुंडा असी नहीं गए। क्यों? असी उस वेले यूनिवर्सिटी बन गई सी फीज। अच्छा, हाँ तब ਅਸੀਂ ਗਿਆ ਇੱਥੇ ਹੀ ਪੜਨਾ। ਤੁਸੀਂ ਇੱਥੇ ਹੀ ਪੜਨਾ। ਜੀ ਹਾਂ, ਬਦ कैसे किस्मत ही अपना मैं अपने आप ਨੂੰ ਇਲਜ਼ਾਮ ਦਿੰਦਾ, ਮੇਰਾ ਦਾਖਲਾ ਮਿਲ ਗਿਆ ਸੀ ਮੈਡੀਕਲ ਸਕੂਲ। अच्छा जी 1 ਸਾਲ ਮੈਡੀਕਲ ਸਕੂਲ से ਸੀਗਾ। ਉਹਦੇ ਬਾਅਦ में only God knows I better not expose। अच्छा, कोई गल नहीं, कोई गल I came out हाँ and जिथे भी मैं गया मैं हेड बॉय। ਹੈਡ ਬॉय ਤੁਸੀਂ ਮਤਲਬ ਕਿ ਪੜ੍ਹਾਈ ਦੇ ਵਿੱਚ ਬਹੁਤ ਕਿਤੇ ਵਧੀਆ। ਵੀ ਗਿਆ ਮੈਂ ਸਕੂਲ ਟੀਚਰਾਂ ਦੇ ਵਿੱਚ ਵੀ ਕੱਲਾ ਹੀ ਜਦ ਉਹ ਇੰਸਟੈਂਟ ਉੱਤੇ 84 ਚ ਹੋਇਆ ਇੰਡੀਆ 'ਚ ਪੰਜਾਬ 'ਚ। ਤਾਂ ਮੈਂ ਦਸੰਬਰ ਦੀ ਕ੍ਰਿਸਮਸ ਪਾਰਟੀ ਕੀਤੀ। 500 ਕੋਈ ਟੀਚਰ ਸੀ। ਕੱਲਾ ਮੈਂ ਆਪਣੇ ਪੰਜਾਬੀ ਸੀਗਾ। ਅੱਛਾ ਤਾਂ ਉਸ ਕਿਸੇ ਨੇ ਮੇਰੇ ਉੱਪਰ ਪਿਕ ਕਰ ਲਿਆ, ਆਪਣੇ ਹਿੰਦੂ ਸਕੂਲ ਟੀਚਰ ਨੇ, ਕਿ ਤੁਸੀਂ ਇੱਦਾਂ ਕੀਤਾ ਗਾਂਧੀ ਨੇ ਬੁਲਾਇਆ। ਮੈਨੂੰ ਨਹੀਂ ਕੁਝ ਕਹਿਣਾ ਪਿਆ। ਜਿਹੜੇ ਮੇਰੇ ਸਾਥੀ ਹੋਰ ਹਿੰਦੂ ਸਾਥੀ ਰਹੇ ਉਹਨਾਂ ਨੇ ਚੱਕ ਕੇ ਮਾਰਿਆ, ਉੱਪਰੋਂ ਚੱਕ ਕੇ ਮਾਰਿਆ ਥੱਲੇ। ਅੱਛਾ ਤਾਂ ਤੂੰ ਦੇਖ ਸਕਦਾ ਹੈ ਕਿ ਸਾਡੀ ਕਿੰਨੀ ਸ਼ਾਬਾਸ਼ੀ ਰਿਸਪੈਕਟ, ਕਿੰਨੀ ਥੋੜੀ। ਸੋ ਤੁਸੀਂ ਜਦੋਂ ਆਪਣੀ ਪੜ੍ਹਾਈ ਯੂਨੀਵਰਸਿਟੀ ਤੋਂ ਖਤਮ ਕਰ ਲਈ, ਫਿਰ ਉਹਦੇ ਬਾਅਦ ਚੋਂ ਕੰਮ, ਪਹਿਲਾ ਕੰਮ ਕੀ ਸੀ? जी नहीं, फिर मैं चले गया एग्रीकल्चर। अच्छा जी। या फिर मैं एग्रीकल्चर ग्रेजुएट हुआ। अच्छा जी या पोस्ट ग्रेजुएट डिप्लोमा किया। पोस्ट ग्रेजुएट डिप्लोमा ਤੇ ਉਸ ਦੇ ਬਾਅਦ ਚੋਂ ਫਿਰ ਐਗਰੀਕਲਚਰ। फिर मैं यूनिवर्सिटी से ज्वाइन कर ले, अकाउंटिंग की थी। अच्छा 6 यूनिट की थी। फिर दिल ने मना मुड़ के आ गया। फिर पॉलिटिक्स की बहुत ज़्यादा दिलचस्पी सी। अच्छा दिलचस्पी सी तो फिर मुड़ के आगे फिर असं काम करने लग पे सिविल सर्वेंट। अच्छा कुछ ਕਿੱਥੇ ਜੀ? ਸੂਬਾ ਦੇ ਵਿੱਚ? जी ਸੂਬਾ हाँ, ਜੀ, ਸੂਬਾ ਜੀ। तो एग्रीकल्चर डिपार्टमेंट में काम करते थे। करते फिर मैं स्कूल टीचर लग गया। अच्छा फिर हाई स्कूल टीचर 18 साल में किया। जी। तो एग्रीकल्चर पढ़ाना गया। फिर 68 एक साडा लीडर सी ईडी पटेल। तो जिदा जो कुछ किसानों नाल इंडिया च हो रहा जी। पीजी ਜਿਹੜੇ ਸ਼ੂਗਰ ਕੇਨ ਫਾਰਮਰ ਸੀਗੇ, ਹਾਂਜੀ, ਉਹਨਾਂ ਦੇ ਉਹ ਪ੍ਰਾਈਸ ਦਾ ਤੇ ਨਹੀਂ ਪੈਂਦੀ ਸੀਗੀ। ਅੱਛਾ। ਨੀਲਾ ਸਰ ਉਹ ਜਿਹੜੇ ਗੋਰੇ ਸੀਗੇ ਉਹ ਕਾਫੀ ਕਮਤੀ ਉਹਨਾਂ ਕੀਮਤ ਦਿੰਦੇ ਸੀ। ਘੱਟ ਕੀਮਤ ਦਿੰਦੇ ਸੀ ਫਾਰਮਰਾਂ ਨੂੰ। ਤਾਂ ਫਿਰ ਉਹ ਆਇਆ ਲੋਡ ਡੇਲਿੰਗ, ਇੱਕ ਜੱਜ ਆਇਆ, ਬੜਾ ਜੱਜ ਆਇਆ। ਮੇਰਾ ਲੰਡਨ ਦਾ ਗਿਆ ਸੀਗਾ ਕਿ ਆਸਟ੍ਰੇਲੀਆ ਦਾ। तो वो लंदन वो एग्रीमेंट किया। तो ये जी पटेल साडा बेचे करता का बड़ा सोना 30-70 रेशियो से इनकम 70% किसानों को मिलो और 30% मिलेस एक्सपेंसेस जी। तो करदा जिद्दां जिद्दां पूरा होया उतना ये अपने पूरा हो गया। हाँ पटेल जी हाँ, पटेल पूरा हो गया। बहुत सोना अपने फेडरेशन पार्टी ऐसी फेडरेशन पार्टी दे वो ਮੈਂਬਰਾਂ थे। जितना उधर होया तो मैं हेड बॉय आया तो बंदे मैंने टीचरा करन कि तेरा लीडर मर गया और जो दूसरा लीडर बनया मेरा चोरी था नहीं सीगा। अच्छा तो मैं हेड बॉय में टीचरा कर दे कि तेरा हूँ की हो। मेरे दिल से आई अच्छा ठीक दोस्तों, मैं भी एक दिन बन के पार्लियामेंट मेंबर जब बनना मैं भी उस वेले में दिल जाए तो मैं इतना मैं बन गया पार्लियामेंट मेंबर। ਸੋ ਇਹ ਬਹੁਤ ਵੱਡੀ ਗੱਲ ਹੈ ਤਾਰ ਸਿੰਘ ਜੀ ਕਿ ਮਤਲਬ ਕਿ ਦੇਖੋ ਉਸ ਮੁਲਕ 'ਚ ਤੁਸੀਂ ਜਿਵੇਂ ਦੱਸਿਆ ਕਿ ਇਕੱਲੇ ਤੁਸੀਂ ਕਈ ਫੰਕਸ਼ਨਸ ਦੇ ਵਿੱਚ ਇਕੱਲੇ ਸਿੱਖ ਸੀ ਤੇ ਮੈਜੋਰਿਟੀ ਨੈਚੁਰਲੀ ਹਿੰਦੁਸਤਾਨੀਆਂ ਦੀ ਸੀ ਨਾਲੇ, ਲੇਕਿਨ ਜਜ਼ਬੇ ਤੁਹਾਡੇ ਜਿਵੇਂ ਤੁਸੀਂ ਦੱਸ ਰਹੇ ਆ। ਸੋ ਜਦੋਂ ਤੁਸੀਂ ਕਿਹਾ ਕਿ ਮੈਂ ਪਾਰਲੀਮੈਂਟੇਰੀਅਨ ਬਣਨਾ, ਨੈਚੁਰਲੀ ਇਹਦੇ ਵਿੱਚ ਵੋਟਿੰਗ ਦੇ ਨਾਲ ਹੀ ਤੁਹਾਨੂੰ ਤੁਸੀਂ ਜਿੱਤਣਾ ਸੀ। ਸੋ ਤੁਸੀਂ ਤੁਹਾਡੇ ਫੈਮਿਲੀ ਨੇ ਕਾਫੀ ਕੰਮ ਕੀਤੇ ਹੋਣਗੇ ਤਾਂ ਤੁਹਾਨੂੰ ਤੁਸੀਂ ਸੋਚਿਆ ਕਿ ਮੈਂ ਜਿੱਤ ਸਕਦਾ। ਜੀ ਬਿਲਕੁਲ ਬਿਲकुल। ਚਾਚੇ ਜੀ ਨੇ ਕੀਤਾ ਸੀਗਾ। ਮੇਰਾ ਕਜ਼ਨ ਸੀਗਾ ਸੰਤੋਖ, ਉਹ ਜਨਰਲ ਮੈਨੇਜਰ ਸੀਗਾ ਜਿਹੜੇ ਲੋਕਲ ਬੈਂਕ ਦਾ। ਤਾਂ ਉਹ ਵੀ ਕਾਫੀ ਉਹਦਾ ਵੀ ਬੋਲਬਾਲਾ ਸੀਗਾ। ਮੈਂ ਵੀ ਆਪ ਕੀ ਕਰਦਾ ਤਾਂ ਮੈਂ ਸੋਕਰ 'ਚ ਬੜਾ ਇੰਪੋਰਟੈਂਟ ਹੈ। ਇੱਥੇ ਜਾਣਾ ਪਰ ਪ੍ਰਧਾਨ ਬਣਨਾ, ਇੱਥੇ ਜਾਣਾ ਪ੍ਰਧਾਨ ਇੱਕ ਉਹ ਸਾਰਾ ਕੁਝ ਮੇਰਾ ਜਿਹੜਾ ਉਹ ਫਿਰ ਕੁਦਰਤੀ। ਕਿਉਂਕਿ ਤੁਸੀਂ ਪੜ੍ਹੇ ਲਿਖੇ ਸੀ। ਜੀ ਹਾਂ, ਉਹਦਾ ਪੜ੍ਹੇ ਲਿਖੇ ਹੋਰ ਵੀ ਸੀਗੇ। ਹੋਰ ਵੀ ਉਹ ਜਿਹੜੇ ਮੇਰੇ ਨਾਲ ਜਿਹਨਾਂ ਨੇ ਕੰਟੈਸਟ ਕੀਤਾ ਉਹ ਸੀਟ ਲਈ ਡਾਕਟਰ ਸੀਗੇ, ਵਕੀਲ ਸੀਗੇ, ਬਿਜ਼ਨਸ ਪੀਪਲ ਸੀਗੇ, ਮਾਸਟਰ ਸੀਗੇ 15।
15 ਚੋਂ ਮੈਨੂੰ ਚੂਜ਼ ਕੀਤਾ ਕਿਉਂਕਿ ਤੁਹਾਡੇ ਬਜ਼ੁਰਗਾਂ ਨੇ ਕੰਮ ਕੀਤੇ ਹੋਏ ਸੀ ਜਾਂ ਉਹ ਲੋਕਾਂ ਨੇ ਨੋਮੀਨੇਸ਼ਨ ਤੇ ਤੁਸੀਂ ਵੀ ਕੰਮ ਕਰ ਰਹੇ ਸੀ। ਏਦਾਂ ਹੋਇਆ। ਔਰ ਮੈਂ ਫਿਰ ਧੰਨਵਾਦ ਦਿੰਦਾ ਮੇਰੇ ਸਾਡਾ ਲੀਡਰ ਸੀਗਾ ਨੈਸ਼ਨਲ ਫੈਡਰੇਸ਼ਨ ਪਾਰਟੀ ਦਾ, ਉਹ ਜੈਰਾਮ ਰੈਡੀ ਅੱਛਾ, ਅਸੀਂ ਹੈਗਾ ਨਿਊਜ਼ੀਲੈਂਡ 'ਚ ਆ ਅੱਛਾ ਜੀ ਹਾਂ। ਉਹ ਸਵਾਸਥ ਤਾਂ ਠੀਕ ਨਹੀਂ ਆ। ਉਹ ਬੰਦੇ ਨੇ ਮੈਨੂੰ ਦੋ ਆ ਗਏ ਸ਼ਾਰਟ ਲਿਸਟ पे, ਇੱਕ ਡਾਕਟਰ ਰੈਡੀ ਸੀਗਾ, ਇੱਕ ਮੈਂ ਸੀਗਾ। तो ਅਸੀਂ ਦੋ ਬਹੁਤ ਸੋਹਣੇ ਦੋਸਤ ਵੀ ਅਜੇ ਵੀ। तो ਉਹ ਮੈਂ ਕਿਹਾ ਤੂੰ ਬਣ ਜਾ, ਉਹ ਕਹਿੰਦਾ ਤੂੰ ਬਣ ਜਾ। ਤਾਂ ਫਿਰ ਉਹ ਜਿਹੜਾ ਕਮੇਟੀ ਤਾਂ ਜੈਰਾਮ ਰੈਡੀ ਉਹਨਾਂ ਨੇ ਮੈਨੂੰ ਚੂਜ਼ ਕਰਕੇ ਉਹ ਕੀਤਾ। ਕਿਹੜੇ ਸਾਲ ਦੇ ਵਿੱਚ ਤੁਸੀਂ ਖੜੇ ਹੋਏ ਪਾਰਲੀਮੈਂਟ ਦੀ? 93 93 ਦੇ ਵਿੱਚ। ਇਹ ਕੋਈ ਜ਼ਿਆਦਾ ਦੇਰ ਦੀ ਗੱਲ ਤਾਂ ਨਹੀਂ ਹੈਗੀ ਜੀ। ਨਾ 93। ਉਹ ਫਿਰ 4 ਇਲੈਕਸ਼ਨ ਲੜੇ ਸੋ 1918 ਤੋਂ ਚੱਲਿਆ ਪਰਿਵਾਰ ਜਿਹੜਾ ਜੀ, ਤੇ 1993 ਦੇ ਵਿੱਚ ਆ ਕੇ ਤੁਸੀਂ ਪਾਰਲੀਮੈਂਟ ਦਾ ਦਸਤਕ ਜਿਹੜਾ ਬੂਹਾ ਖੜਕਾ ਦਿੱਤਾ। ਹਾਂਜੀ, ਤੇ ਇਲੈਕਸ਼ਨਾਂ ਕਿੱਦਾਂ ਰਹੀਆਂ ਫਿਰ? ਉਹ ਉਸ ਵੇਲੇ ਤਾਂ ਮੇਰਾ ਵਾਹਿਗੁਰੂ ਜਾਣੇ ਬਹੁਤ ਜ਼ਿਆਦਾ ਬੋਲ ਬਾਲਾ ਸੀਗਾ। ਤੁਹਾਨੂੰ ਵੋਟਾਂ ਕਾਫੀ ਪਈਆਂ? ਮੇਰਾ ਵਿਰੋਧੀ ਸੀਗਾ ਵਕੀਲ। ਅੱਛਾ ਜੀ ਹਾਂ, ਉਹ ਵਕੀਲ ਇੱਥੇ ਹੀ ਆ ਤਾਂ ਹਿੰਦੂ ਵਕੀਲ ਸੀਗਾ। ਉਹ ਗਿਰ ਗਿਆ, ਫਿਰ ਉਹ ਜਿੱਤ ਨਹੀਂ ਪਾਇਆ। ਤਾਂ ਮੇਰਾ ਹੋਰ ਵੀ ਇੱਕ ਜਿਹੜੀ ਖੂਬੀ ਸੀਗੀ, ਅਸੀਂ ਕਿਸਾਨ ਸੀਗੇ, ਡੇਅਰੀ ਫਾਰਮਰ। ਅੱਛਾ, ਅਸੀਂ 2 ਫਾਰਮ ਸੀਗੇ ਸਾਡੇ ਫੈਮਿਲੀ ਦੇ ਸਾਰਿਆਂ ਦੇ ਬੜਾ ਡੇਅਰੀ ਫਾਰਮ ਸੀਗਾ। ਔਰ ਮੈਂ ਕਿਸਾਨਾਂ ਦਾ ਪ੍ਰੈਜ਼ੈਂਟੇਟਿਵ ਸੀਗਾ 24 ਸਾਲ। ਅੱਛਾ, ਕੰਟੀਨਿਊ, ਇਹ ਨਹੀਂ ਬ੍ਰੇਕ ਨਹੀਂ, ਕੰਟੀਨਿਊਸਲੀ I was the representative of dairy farmers and I was running a company worth of 50 million. ਸੋ ਇਹ ਤੁਸੀਂ ਗੱਲ ਕਰ ਰਹੇ ਕਿ ਸੈਕੰਡ ਫਾਰਮਰਾਂ ਦੇ ਪੱਖੋਂ ਤੁਸੀਂ ਸੂਬਾ ਦੇ ਸੀਗੇ, ਆਪਣੇ ਫਾਰਮਰਾਂ ਦੇ ਰਿਪਰੈਜ਼ੈਂਟੇਟਿਵ ਉਸ ਰੀਜਨ ਦੇ? ਕਿਹੜੇ ਰੀਜਨ ਦੇ ਸੀਗੇ ਤੁਸੀਂ? ਅਸੀਂ ਨਸੂਰੀ ਦੇ ਫਾਰਮ ਦੇ ਨਸੂਰੀ ਸਾਡੇ ਕੋਲ ਬਹੁਤ ਵੱਡਾ ਫਾਰਮ ਸੀਗਾ, ਤੈਲੇਬੂ, ਜਿਹੜਾ ਬਹੁਤ 40 ਮਾਈਲ ਦੂਰ ਉੱਥੋਂ ਆ ਸੂਬੇ ਤੋਂ ਜੀ। ਤੇ ਤੁਸੀਂ ਦੱਸਿਆ ਕਿ ਟਰਨਓਵਰ ਤਕਰੀਬਨ 50 ਮਿਲੀਅਨ ਦੇ ਕਰੀਬ ਤੁਹਾਡੇ ਆਪਣੇ ਫਾਰਮ ਦੀ ਸੀ ਉਸ ਟਾਈਮ? ਨਾ, ਉਹ ਸਾਡੀ ਇਹ ਮਿਲਕ ਕੰਪਨੀ ਜਿੱਦਾਂ ਫਰੋਂਟੀਅਰ ਹੈ ਇੱਥੇ। ਅੱਛਾ, ਮਿਲਕ ਕੰਪਨੀ ਦੀ ਸੀ, ਜਿਹੜੀ ਕੰਪਨੀ ਤੇ ਦੁੱਧ ਜਾਂਦਾ ਸੀ। ਜੀ ਹਾਂ। ਓਕੇ। ਸੋ ਇਸ ਦੇ ਬਾਅਦ ਜਦੋਂ ਨੈਚੁਰਲੀ ਤੁਸੀਂ ਪਾਰਲੀਮੈਂਟ ਦੇ ਵਿੱਚ ਬਣੇ, ਤੁਹਾਡੇ ਤੋਂ ਪਹਿਲੋਂ ਆਪਣੇ ਇੰਡੀਅਨਸ ਦੇ ਵਿੱਚ ਕੋਈ ਮੈਂਬਰ ਆਫ ਪਾਰਲੀਮੈਂਟ ਬਣਿਆ ਸੀ? ਬਹੁਤ ਜੀ ਬੜੇ। ਅੱਛਾ, ਬਣੇ ਸੀ ਜੀ। ਤੇ ਸਿੱਖ ਵੀ ਪਹਿਲੋਂ ਤੁਹਾਡੇ ਤੋਂ ਬਣੇ ਸੀ? ਮੈਨੂੰ ਪਤਾ ਇੱਕ ਸੀਗਾ ਹਰਨਾਮ ਸਿੰਘ ਗੋਲੀਅਨ ਜੀ। ਹਾਂ, ਮੇਰੇ ਨਾਲ ਫਿਰ 2 ਸੀਗੇ, ਇੱਕ ਹਰਦਿਆਲ ਸਿੰਘ ਸੀਗਾ ਔਰ ਇੱਕ ਆਪਣਾ ਚਰਨਜੀਤ ਸਿੰਘ ਜੀ। ਹਰਦਿਆਲ ਸਿੰਘ ਵੀ ਇੱਥੇ ਹੀ ਹੈ ਜੀ? ਉਹ ਦੂਸਰਾ ਹਰਦਿਆਲ ਹੈ। ਅੱਛਾ, ਉਹ ਦੂਸਰੇ ਹਰਦਿਆਲ ਹੈ, ਮੈਂ ਕਹਿੰਦੀ ਜਿਹੜੇ ਹਰਦਿਆਲ ਨਹੀਂ। ਅੱਛਾ, ਸੋ ਜਦੋਂ ਬਣੇ ਫਿਰ ਮੈਂਬਰ ਆਫ ਪਾਰਲੀਮੈਂਟ, ਤੇ ਨੈਚੁਰਲੀ ਤੁਹਾਡੇ ਉਸ ਸਮੇਂ ਪਿੱਛੇ ਪੰਜਾਬ ਦੇ ਵਿੱਚ ਉਹਨਾਂ ਤੱਕ ਖਬਰ ਪਹੁੰਚੀ ਹੋਣੀ ਆ ਕਿ ਬਈ ਨਿਰਵਾਣ ਜਿਹੜੇ ਆ ਉਹਨਾਂ ਤਾਂ ਉੱਥੇ ਵੀ ਝੰਡੇ ਕੱਢ ਦਿੱਤੇ ਜਾ ਕੇ, ਤੇ ਫਿਰ ਨਵੇਂ ਸ਼ਹਿਰ ਦੇ ਵਿੱਚ ਕਿੱਦਾਂ ਫਿਰ ਢੋਲ ਵੱਜੇ ਫਿਰ ਸਾਰੇ? ਉੱਥੇ ਕੈਨੇਡਾ ਤਾਂ ਅਮਰੀਕਾ ਦੇ ਵੀ ਜੀ ਬੜੀ ਖੁਸ਼ੀ ਹੋਈ। ਤੇ ਨੈਚੁਰਲੀ ਇਸ ਦੌਰਾਨ ਆ ਸਾਰਾ ਜਿਹੜਾ ਸਫ਼ਰ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਕਿੰਨੀ ਕੁ ਵਾਰੀ ਗਿਆ? ਪੰਜਾਬ ਮੈਂ ਸੱਚੀ ਦੱਸੇ ਇਹਨੂੰ ਸੱਦ ਕੇ ਲਿਆਏ। ਅੱਛਾ, ਜਦੋਂ ਵਿਆਹ ਕਰਨਾ ਸੀ ਬੇਟੀ ਦਾ ਤੇ ਉਦੋਂ ਤੁਸੀਂ ਗਏ? ਸੋ ਥੈਨ ਸਾਹਿਬ ਜਿਹੜੇ ਤੁਹਾਡਾ ਪੰਜਾਬ ਕਨੈਕਸ਼ਨ ਆ। ਤੇ ਜਦੋਂ ਫਿਰ ਜਿੱਤੇ ਪਾਰਲੀਮੈਂਟ ਦੇ ਵਿੱਚ ਕੀ ਤੁਸੀਂ ਉੱਥੇ ਕਿੰਨੇ ਕੁ ਮੈਂਬਰ ਆਫ ਪਾਰਲੀਮੈਂਟ ਆਪਣੇ ਭਾਰਤੀ ਮੂਲ ਦੇ ਸੀ? 2 ਪਾਰਟੀਆਂ ਸੀਗੀਆਂ। ਅੱਛਾ, we are almost half, 50 out of 71 ਜੀ। we are about half, about 28 27। ਬਹੁਤ ਵੱਡਾ ਨੰਬਰ ਹੈ ਜੀ, ਬਹੁਤ ਵੱਡਾ। ਉਹ ਇਦਾਂ ਆ, ਉਹ ਕਮਿਊਨਲ ਵੋਟਿੰਗ ਸਿਸਟਮ ਤੇ ਬਹੁਤ ਸੋਹਣਾ ਸੀਗਾ। ਹਾਂ, ਉਹ ਜਿੰਦੀਆਂ 28 ਸੀਟਾਂ ਕਿ 27 ਸੀਟਾਂ ਸਾਡੀਆਂ ਰੱਖੀਆਂ ਉਹ ਹਿੰਦੁਸਤਾਨੀ ਦੇ ਲਈ, ਇੰਡੀਅਨ ਕਮਿਊਨਿਟੀ। ਸੋ ਇਹੀ ਮੁੱਢਲਾ ਸ਼ਾਇਦ ਕਾਰਨ ਬਣਿਆ ਅੰਕਲ ਜੀ ਕਿ ਪਹਿਲੀ ਕੂ ਜਿਹੜੀ ਆ ਉਹ ਫਿਰ ਕੀ, ਇਹ ਤਾਂ ਇੰਡੀਅਨ ਤਾਂ ਸਭ ਕੁਝ ਹੀ ਲੈਣ ਲੱਗੇ ਆ, ਇਹ ਤਾਂ ਚੱਕਣ, ਇਹ ਤਾਂ ਟੇਕ ਓਵਰ ਹੀ ਕਰਨ ਲੱਗੇ ਆ। ਇਹ ਤਾਂ ਆ ਗਿਆ ਨਿਰਮਾਣ ਸਿੰਘ ਵਰਗੇ ਜਿਹੜੇ 10 ਹੋਣੇ ਆ, ਉਹਨਾਂ ਦਾ ਮਤਲਬ ਇਹਨਾਂ ਤਾਂ ਛੱਡਣਾ ਹੀ ਕੱਖ ਨਹੀਂ। ਸੋ ਨੈਚੁਰਲੀ ਉਸ ਤੋਂ ਪਹਿਲੋਂ ਪੰਜਾਬੀ ਜਿਹੜਾ ਜਿੱਦਾਂ ਤੁਸੀਂ ਹੁਣ ਵੱਡੇ ਹੋ ਗਏ ਸੀ, ਤੇ ਹੋਰ ਆਪਣੇ ਪੰਜਾਬੀ ਗੁਰਦੁਆਰੇ ਐਸਟੈਬਲਿਸ਼ ਹੋ ਚੁੱਕੇ ਸੀ? ਹਾਂ, ਗੁਰਦੁਆਰੇ ਤਾਂ ਜੀ 6 ਗੁਰਦੁਆਰੇ ਬਹੁਤ ਦਿਨ ਆ। ਇਹ ਜਿਹੜਾ ਉਹ ਸਾਮਾਮੂਲਾ ਗੁਰਦੁਆਰਾ, ਹਾਂਜੀ, ਉਹ ਤਾਂ ਮੇਰੇ ਖਿਆਲ ਸੇ 28 ਚ ਬਣਿਆ। 1928 ਜੀ ਹਾਂ, ਕਿ 24। ਅੱਛਾ, ਪਹਿਲਾ ਗੁਰਦੁਆਰਾ ਸਾਊਥ ਪੈਸਿਫਿਕ ਚ ਬਣਿਆ। ਵਾਹ, and it's a huge
ਹਾਂਜੀ 1924 ਜੇ ਆਪਾਂ ਇਸ ਨੂੰ ਪਰਸਪੈਕਟਿਵ ਦੇ ਵਿੱਚ ਲਈਏ, ਨਿਊਜ਼ੀਲੈਂਡ ਦੇ ਵਿੱਚ 1960 ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਨੇ ਜ਼ਮੀਨ ਜਿਹੜੀ ਆ ਉਹ ਇੱਕ ਕਿਸਮ ਦੀ ਕਹਿਣੀ ਸ਼ੁਰੂ ਕਰ ਦਿੱਤੀ ਤੇ 1970s ਦੇ ਵਿੱਚ ਹੀ ਪਹੁੰਚ ਗਏ ਸਾਰੇ ਜਿਹੜੇ ਸੀ। ਸੋ ਜਿੱਥੇ ਤੁਸੀਂ ਫਿਰ ਕਿੰਨੀ ਦੇਰ ਪਾਰਲੀਮੈਂਟ ਦੇ ਵਿੱਚ ਸਮਾਂ ਗੁਜ਼ਾਰਿਆ? 6 ਸਾਲ 6 ਸਾਲ 6 ਸਾਲ 7 ਸਾਲ। ਸੋ ਜਿਹੜੀ ਪਹਿਲੀ ਕੂ ਸੀ ਤੁਸੀਂ ਉਸ ਦੌਰਾਨ ਪਾਰਲੀਮੈਂਟ ਦੇ ਵਿੱਚ ਸੀ ਜਦੋਂ ਇਹ ਕੂ ਹੋਈ ਆ? ਨਾ ਕੂਜ ਮੈਂ ਪਹਿਲੀ ਬਾਰ ਸੈਕੰਡ ਕੂਜ में बीता ਸੀ। ਤੁਸੀਂ ਸੈਕੰਡ ਥਰਡ ਚ ਵੀ ਹੈ। ਅੱਛਾ, ਸੋ ਪਹਿਲੀ ਕੂ ਤੁਹਾਡੇ ਤੋਂ ਪਹਿਲਾਂ ਹੋ ਚੁੱਕੀ ਸੀ? ਬਟ ਉਹ ਜਿਹੜਾ ਵਿਵਹਾਰ ਕੀਤਾ ਉਹਨਾਂ ਦੇ ਨਾਲ ਮੇਰੇ ਨਾਲ ਵੀ, ਅੱਛਾ ਉਹ ਤਾਂ ਵਾਹਿਗੁਰੂ ਜਾਣਦਾ ਜੀ। ਅੱਛਾ ਜੀ, ਹਾਂ ਫੜ ਕੇ ਲਿਆ ਅੰਦਰ ਕਰੋ, ਫਿਰ ਕੱਢੋ, ਫਿਰ ਲਿਆਓ। ਅੱਛਾ ਜੀ, ਬਟ ਇੰਨਾ ਕੁਦਰਤੀ ਖੇਲ ਰਹੇ ਹੋਰਾਂ ਨੇ ਮੇਰੇ ਹਿੰਦੁਸਤਾਨੀਆਂ ਨੂੰ ਬਹੁਤ ਮਾਰਿਆ ਫਿਜ਼ੀਕਲੀ ਜੀ ਬਹੁਤ ਚੰਗੀ ਤਰ੍ਹਾਂ। ਬਟ ਮੇਰੇ ਹੱਥ ਹਿੰਦੂ ਕਈ ਵੀ ਧਿਆਨ ਇੱਕ ਹੱਥ ਨਹੀਂ ਮੇਰੇ ਨਾਲ ਕਦੇ ਨਾ ਥੱਪੜ ਮਾਰਿਆ ਨਾ ਕਿਤੇ ਕੁਝ ਕੀਤਾ, ਨਾ ਜਮਾਨ ਵੀ ਨਹੀਂ ਖਰਾਬ ਕੀਤੀ ਮੇਰੇ ਨਾਲ, ਕਿਉਂਕਿ ਤੁਹਾਡੇ ਬਜ਼ੁਰਗਾਂ ਦੀ ਕਮਾਈ ਬਹੁਤ ਸੀ। ਕੁਝ ਕਿਰਪਾ ਹੀ ਵਾਹਿਗੁਰੂ ਦੀ, ਤੁਸੀਂ ਉਸ ਇਲਾਕੇ ਦੇ ਵਿੱਚ ਹੱਥੀ ਸਾਰਾ। ਸੋ ਜਦੋਂ ਇਹ ਪਾਰਲੀਮੈਂਟ 6 ਸਾਲ ਦੇ ਬਾਅਦ ਚੋਂ ਖੁਦ ਤੁਸੀਂ ਛੱਡੀ ਕਿ ਮੈਂ ਨਹੀਂ ਕੰਟੈਸਟ ਕਰਨਾ, ਜਾਂ ਤੁਸੀਂ ਨੈਚੁਰਲੀ ਕੁਝ ਹੋਰ ਫਿਰ ਤੁਹਾਡੇ ਇੰਟਰਸਟ ਚੇਂਜ ਹੋ ਗਿਆ? मेरे ख्याल में इतना कहूँगा कि हिंदुस्तानी ਦੀ ਬਦਕਿਸਮਤੀ ਸੀ। ਜਦ ਖੂਹ ਹੋਇਆ ਉਹਦੇ ਬਾਅਦ ਉਹ ਜਿਹੜੇ ਹਿੰਦੁਸਤਾਨੀ ਟੇਕ ਓਵਰ ਕੀਤਾ ਸੀਗਾ ਹਿੰਦੂਆਂ ਨੇ, ਲੀਡਰ ਨੇ, ਉਹ ਸਾਨੂੰ ਕਹਿੰਦੇ ਸੀ ਕਿ ਬਾਹਰ ਅੰਦਰ ਨਹੀਂ ਜਾਓ, ਪਾਰਲੀਮੈਂਟ ਇਲੈਕਸ਼ਨ ਨਾ ਲੜੋ 92 ਚ। ਅੱਛਾ ਜੀ, ਤਾਂ ਫੈਡਰੇਸ਼ਨ ਪਾਰਟੀ ਨਹੀਂ, ਅੰਦਰ ਜਾ ਕੇ ਬਾਤਚੀਤ ਕਰਾਂਗੇ ਤਾਂ ਸਾਡਾ ਕੁਝ ਨਾ ਕੁਝ ਸਾਡਾ ਫੈਸਲਾ ਹੋਗਾ, ਉਹ ਤਾਂ ਹੋਣਾ ਨਹੀਂ ਨਾ ਜੀ। ਤਾਂ ਫਿਰ ਜਿਹੜਾ ਲੀਡਰ ਸੀਗਾ ਆਪਣਾ ਜੈਰਾਮ ਰੈੱਡੀ, ਹੁਣ ਕਈ ਨਮੂਨੇ ਇੱਦਾਂ ਜਿੱਦਾਂ ਆਇਰਲੈਂਡ 30 ਸਾਲ ਤਾਂ ਹੀ ਆਪਾਂ ਹੀ क्रिश्चियन लड़ी जाते, लड़ी फिर एंड में की टेबल पे जाके फिर मलेशिया से इन्ना बंदे मिलियन ते मिलियन बंदियां नु कट्टिया गया, मारिया गया, फिर जेड़े फैसला होया टेबल पे। अच्छा, तो ये ऐसे इरादा लेके पार्लियामेंट गए, इलेक्शन लड़ के फिर जब गए ता वो जेड़े कायबिती से लीडर वो सानू कह यू पीपल शुड स्पीक इन द पार्लियामेंट अबाउट लैंड, इंडियन गॉट नो लैंड। अच्छा, फिर एक बंदा सरकार पास से वो कई बीती चलन गया हिंदुस्तानी लीडर ਨੂੰ मारन गया, तो गोलिन साहब खड़ा हो गया, कहता पहले मैनू मार के ताऊं जाके मार। अच्छा तो हट गया। 2 साल से वही बंदे ਜਿਹੜੇ ਸਾਨੂੰ ਕਹਿੰਦੇ ਸਾਡਾ ਕੋਈ ਅਧਿਕਾਰ ਨਹੀਂ, ਉਹ ਬੰਦੇ ਕਹਿੰਦੇ ਤੁਸੀਂ ਤੁਹਾਡਾ ਸਾਰਾ ਕੋਈ ਅਧਿਕਾਰ ਹੈ। ਜ਼ਮੀਨ ਅਗਰ ਤੁਹਾਡੇ ਕੋਲ, ਸਾਡੇ ਕੋਲ, ਮੇਰੇ ਕੋਲ 600 ਵਿਗਾ ਜ਼ਮੀਨ, ਆ ਜਾ ਕੇ ਰਹੋ। ਦੂਜਾ ਕਹਿੰਦਾ 12000 ਵਿਗਾ ਮੇਰੇ ਕੋਲ ਜ਼ਮੀਨ ਆ ਜਾ ਤੁਸੀਂ ਰਹੋ। ਹਿੰਦੁਸਤਾਨੀਆ ਜ਼ਮੀਨ ਦਾ ਕੋਈ ਸਮੱਸਿਆ ਹੈ ਹੀ ਨਹੀਂ। अच्छा, फिर ਅਸੀਂ ਕੀਤਾ ਉਹ ਵਿਧਾਨ ਬਣਾਇਆ, ਪਹਿਲੇ ਹਿੰਦੁਸਤਾਨੀ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦਾ था। ਸਾਡੀ ਪਾਰਟੀ ਨੇ ਲੀਡਰ ਸਾਹਿਬ ਦੀ ਕਿਰਪਾ, ਉਹ ਜਿਹੜਾ ਰੰਬੂਕਾ ਸੀਗਾ ਉਹਦੀ ਕਿਰਪਾ, ਜਿੰਨਾ ਸਾਡਾ ਖੋਇਆ ਸੀਗਾ ਕੂ ਕਰਕੇ ਉਸੇ ਜ਼ਿਆਦਾ ਸਾਨੂੰ ਦੇ ਦਿੱਤਾ। ਪ੍ਰਾਈਮ ਮਿਨਿਸਟਰ ਬਣੋ, ਆਰਮੀ ਕਮਾਂਡਰ ਬਣੋ, ਜ਼ਮੀਨ ਦਾ ਤੁਮ ਬੋਝ ਬਣੋ, ਇਹ करो, सारे गेट खोलते उन्होंने, वो ज्यादा देता। अच्छा जब इलेक्शन हुआ 99 ਚ ਜਿਹੜੇ ਬੰਦੇ ਸਵਾਰਥੀ ਹੁੰਦੇ ਨਾ, ਉਹਨਾਂ ਨੇ ਕੀ ਕੀਤਾ, ਆਦਮੀਆਂ ਨੂੰ ਮੀਡੀਆ ਬਹੁਤ ਇੰਪੋਰਟੈਂਟ ਹੈ, ਤੂੰ ਇਜ਼ ਵੈਰੀ ਇੰਪੋਰਟੈਂਟ। ਮੀਡੀਆ ਨੇ ਸਾਡੇ ਵਿਰੋਧ ਕਰਕੇ ਝੂਠ ਝਾੜ ਬੋਲ ਕੇ ਸਾਨੂੰ ਹਰਾ ਕੇ ਫਿਰ ਉੱਥੇ ਫਿਰ 1 ਸਾਲ ਉਹ ਚੱਲੀ ਫੀਜੀ, ਉਹਦੇ ਬਾਅਦ ਫਿਰ ਕੂ ਹੋ ਗਿਆ। ਅੱਛਾ, ਹਾਂ ਜਿਹੜਾ ਕੁਝ ਲਿਆ, ਜਿਹੜਾ ਕਹਿੰਦੇ ਹੁਣ ਜਿਹੜੀ ਗਵਰਨਮੈਂਟ ਆ ਉਹਨੂੰ ਇਲਜ਼ਾਮ ਮੇਰੇ ਲਈ ਤੇ ਉਹਨਾਂ ਨੂੰ ਇਲਜ਼ਾਮ ਅਸੀਂ ਨਾ ਦਈਏ, ਜਿਨ੍ਹਾਂ ਨੇ 99 ਜਿਹੜਾ ਕੀਤਾ ਉਹਨਾਂ ਨੂੰ ਇਲਜ਼ਾਮ ਤਾਂ ਆਪਣੇ ਹਿੰਦੁਸਤਾਨੀਆਂ ਨੂੰ। ਜੀ ਹਾਂ, ਇਹ ਸੋ ਉਸ ਦੇ ਬਾਅਦ ਨੈਚੁਰਲੀ ਕਾਫੀ ਹਿੰਦੁਸਤਾਨੀ ਜਿਹੜੇ ਆਪਣੇ ਇੰਡੀਅਨ ਸਨ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਇਹ ਕੰਟਰੀ ਸਾਡੇ ਲਈ ਨਹੀਂ ਹੋਣਾ। ਸੋ ਫਿਰ ਤੁਸੀਂ ਜਦੋਂ ਪਾਰਲੀਮੈਂਟ ਬਾਅਦ ਇਹ ਸਾਰਾ ਕੁਝ ਹੋਇਆ, ਛੱਡ ਦਿੱਤੀ ਪਾਰਲੀਮੈਂਟ 6 ਸਾਲ ਦੇ ਬਾਅਦ, ਫਿਰ ਉੱਥੇ ਕੀ ਕੀਤਾ ਫੀਜੀ 'ਚ? ਅੱਛਾ ਨਾ ਉਹ 99 1000 ਕੂ 'ਚ ਉਹ ਮੇਰੇ ਟਾਰਗੇਟ ਸੀਗਾ, ਬਿਕੋ ਮੈਂ ਬੋਲਦਾ ਹੁੰਦਾ ਬਹੁਤ ਹੁੰਦਾ ਸੀਗਾ। ਅੱਛਾ ਜੀ, ਬਾਹਰ ਤੋਂ ਵੀ ਤਾਂ ਉਹ ਜਿਹੜੇ ਕੂ ਕਰਨੇ ਵਾਲੇ ਸੀਗੇ ਸੇਮ ਸਪੇਡ, ਜੋਰਜ ਸਪੇਡ, ਇਹ ਮੇਰੇ ਬੜੇ ਵਿਰੋਧੀ ਰਹੇ। ਅੱਛਾ, ਇਸੇ ਸਾਡਾ ਜਿਹੜਾ ਫਾਰਮ ਹੈਗਾ ਉੱਥੇ ਤੈਲੇਬੂ ਕਹਿੰਦੇ, ਹਾਂਜੀ, ਉਹ ਜਿੱਦਾਂ ਇੰਡੀਆ ਪਾਕਿਸਤਾਨ ਦਾ ਕਾਮਨ ਬੋਰਡਰ ਨੇ, ਉਹਨਾਂ ਦਾ ਪਿੰਡ ਇੱਦਾਂ ਸਾਡਾ ਇੱਥੇ। ਅੱਛਾ, ਜੋਰਜ ਸਪੇਡ ਦਾ। ਜੀ ਹਾਂ, ਉਹ ਤਾਂ ਕੁਦਰਤੀ ਵਾਹਿਗੁਰੂ ਦੀ ਕਿਰਪਾ ਆ, ਮੈਨੂੰ ਜਿੰਦਾ ਛੱਡਤਾ।
अच्छा कि अब मैं भी बंदा सीगा, बोलना तो नहीं चाहिए, मैं भी एक दो अपने कई भी हाथ कट्टे। अच्छा फिर तुही भी यार ਤਾਂ ਵੱਡ ਮੇਰੇ ਬਣਾਈ ਕੀਤੇ ਪੂਰੇ ਮੇਰਾ ਵੀ ਉਹਨਾਂ ਜਿਹੜਾ ਹੈ ਹਿੱਲਾ ਕੀਤਾ ਮੈਂ ਹੀ ਜਾਣਦਾ, ਮੇਰੇ 8 ਟੰਕੇ ਲਗੇ ਇੱਥੇ ਸਿਰ ਤੇ, ਅੱਛਾ ਫਿਰ ਉਹਨਾਂ ਨੇ ਮਤਲਬ ਕਿ ਆਏ ਫਿਰ ਪੂਰਾ ਇਹਨੂੰ ਹਿਸਾਬ ਬਰਾਬਰ ਬੰਦੂਕ ਬੰਦੂਕ 15 ਜਿਹੜੇ ਮੈਂ ਇਕੱਲਾ। ਅੱਛਾ ਜੀ ਹਾਂ ਤਾਂ ਵਾਈਫ ਸੀਗੀ ਉਹ ਮੇਰੀ ਇਹ ਕੂ ਦੇ ਬਾਅਦ ਦੀ ਗੱਲ ਕਰ ਰਹੇ ਹਾਂ 2000 ਕੂਚ। 2000 ਕੂ ਦੇ ਵਿੱਚ ਉਹ ਫਿਰ ਸਿੱਧੇ ਹੀ ਪਿੰਡ ਤੋਂ ਪਹਿਲੇ ਪਿੰਡ ਤੋਂ ਤੁਹਾਡੇ ਪਿੰਡ ਆ ਆ ਗਏ ਜਾ ਕਿ ਜਿਹੜੇ ਨਿਰਵਾਣ ਆ ਉਹ ਜਿਹੜਾ ਜਾਂਦੇ ਸੀਗੇ ਨਾ, ਹੋਰ ਬਾਕੀ ਪਰਿਵਾਰ ਕਿੱਥੇ ਸੀ ਜਦੋਂ ਇਹ ਸਾਰਾ ਉਹ ਦੂਜੀ ਇੱਧਰ ਨਸੂਰੀ ਪਾਸੇ, ਉਹ ਪਾਸੇ। ਨਸੂਰੀ ਵਾਲੇ ਪਾਸੇ ਉੱਥੇ ਬਸ। ਤੁਸੀਂ ਇਕੱਲੇ ਸੀ ਹਾਂ ਮੈਂ ਇਕੱਲੇ ਨਾ ਉੱਧਰ ਆ, ਤੇ ਮੈਂ ਉੱਥੇ ਹੀ ਰਹਿੰਦਾ ਸੀਗਾ। ਮੇਰਾ ਬੜੇ ਭਰਾ ਦੀ ਕੁੜੀ ਦਾ ਵਿਆਹ ਸੀਗਾ ਉੱਥੇ ਮੈਲਬਨ, ਅੱਛਾ ਉਹ ਗਿਆ ਸੀਗਾ ਤਾਂ ਮੈਂ ਕਿ ਤੇ ਟੇਕ ਓਵਰ ਕੀਤਾ ਤੇ ਅੱਛਾ ਤੁਸੀਂ ਇਕੱਲੇ ਸੀ ਉਸ ਟਾਈਮ ਹਾਂਜੀ, ਬਿਲਕੁਲ ਹਾਂਜੀ। ਹਾਂ ਤੇ ਉਹਨਾਂ ਨੇ ਤੁਹਾਨੂੰ ਕਾਫੀ ਜਿਵੇਂ ਦੱਸਦੇ ਆ ਕਿ ਮਾਰਨ ਦੀ ਕੋਸ਼ਿਸ਼ ਕੀਤੀ ਜੀ, ਹਾਂ। ਲੇਕਿਨ ਨਿਰਵਾਣ ਤਾਂ ਹੁਣ ਨਿਰਵਾਣ ਹੀ ਆ ਜੀ, ਹਾਂ। ਤੇ ਇੰਨੀ ਛੇਤੀ ਦਾ ਨਹੀਂ ਡਿੱਗਦੇ ਨਿਰਵਾਣ ਜਿਹੜੇ ਨੈਚੁਰਲੀ। ਤੇ ਤੁਸੀਂ ਦੱਸਿਆ ਤੁਹਾਡੇ ਸਿਰ ਦੇ ਉੱਤੇ ਵੀ ਸੱਟਾਂ ਲੱਗੀਆਂ, ਸਾਰਾ ਕੁਝ ਹੋਇਆ। ਉਸ ਦੇ ਬਾਅਦ ਚ ਕਿੱਦਾਂ ਮਹਿਸੂਸ ਕੀਤਾ ਤੁਸੀਂ ਕਿ ਇਹ ਕੰਟਰੀ ਜਿੱਦਾਂ ਤੁਸੀਂ ਨੈਚੁਰਲੀ ਇਨਸਿਕਿਉਰ ਫੀਲ ਕੀਤਾ ਹੋਣਾ ਕਿ ਇਹ ਤਾਂ ਬਹੁਤ ਕੰਮ ਖਰਾਬ ਹੋ ਗਿਆ? ਜੀ ਉਹ ਇਨਸਿਕਿਉਰਿਟੀ ਨਹੀਂ ਗਈ ਫਿਰ ਵੀ, ਜਦੋਂ ਲੜਾਈ ਹੋਈ ਮੇਰਾ ਜਿਹੜਾ ਉਹ ਪੋਜ ਘਰ ਦਾ ਪੋਜ ਆ ਜਿੱਦਾਂ ਬੁੱਚੜ ਖਾਨਾ ਨਹੀਂ ਹੁੰਦਾ, ਇੰਨਾ ਖੂਨ ਗਿਰਿਆ। ਵਾਹ ਤਾਂ ਫਿਰ ਮੇਰੇ ਦਿਲ 'ਚ ਮੈਂ ਫਿਰ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕੀਤਾ। ਹਾਂ। ਇਹ ਕਹਿੰਦੇ 40 ਬੰਦੇ ਲੈ ਕੇ ਇੰਨਾ ਫੌਜੀਆਂ ਨੂੰ ਰੋਕਿਆ, ਮੈਂ 15 ਨੂੰ ਰੋਕਵਾਂ। ਵਾਹ ਜੀ ਵਾਹ ਕੀ ਜਜ਼ਬਾ। ਮੈਂ ਪੂਰਾ, ਮੈਨੂੰ ਕੋਈ ਇੰਨੀ ਸੱਟ ਵੀ ਲੱਗੀ, ਮੈਂ ਗਿਰਿਆ ਨਹੀਂ। ਹਾਂ ਉੱਥੋਂ ਵਾਏ ਹੱਲਾ ਕਰੀ ਹਟ ਜਾ ਨੱਠਿਆ। ਉਹ ਬਾਕੀ ਮੇਰੇ ਘਰ ਕਰਮਚਾਰੀ ਬਹੁਤ ਸੀਗੇ, ਉਹ ਫਾਰਮ ਵਾਲੇ ਕਈ ਵੀ ਤਿੰਨ ਜਦੋਂ ਉਹ ਹੋਏ ਕਰੀ ਕੋਈ ਆਇਆ ਨਹੀਂ ਮੇਰੇ ਬਚਾਉਣ। ਅੱਛਾ ਇੱਕ ਹਿੰਦੁਸਤਾਨ ਕਈ ਵੀ ਸਟੂਡੈਂਟ ਸੀਗਾ ਮੇਰੇ ਨਾਲ ਹੀ ਸੀਗਾ, ਅਸੀਂ ਕਾਬਾ ਪੀ ਰਹੇ ਸੀ, ਉਹ ਮੇਰੇ ਨਾਲ ਹੁਣ ਬੜੀ ਕੁਰਬਾਨੀ ਕੀਤੀ ਮੇਰੇ ਨਾਲ। ਤਾਂ ਫਿਰ ਵੀ ਅਸੀਂ ਜੋ ਕੁਝ ਹੋ ਕੇ ਫਿਰ ਕਈ ਵੀ ਮੇਰੇ ਕੋਲ ਆ ਕੇ ਉਹ ਕੀ ਕਰਦੇ ਹੁੰਦੇ ਚਿਰੋੜੀ, ਜਿੱਦਾਂ ਮੈਂ ਉਦੋਂ ਸੇਵ ਨਹੀਂ ਕੀਤਾ ਜੀ, ਉਦਾਂ ਸੇਵ ਮੈਨੂੰ ਕੀਤਾ। ਇਸ ਬੁਰਾ ਨਾ ਮੰਨੇ ਸਾਤੇ ਭੁੱਲ ਹੋ ਗਈ ਹਾਂ ਸਾਨੂੰ ਮਾਫ ਕਰ ਦਿਓ, ਮਦਦ ਕਰਨੀ ਆਏ ਪਰ ਅਸੀਂ ਕਹਿੰਦੇ ਹੁੰਦੇ ਆ ਤੁਹਾਡੇ ਨਾਲ ਆ। ਜੀ ਏਦਾਂ ਦੀ ਗੱਲ ਹੋਈ ਤਾਂ ਫਿਰ ਉਹਦੇ ਬਾਅਦ ਫਿਰ ਬੱਚੇ ਕਹਿੰਦੇ ਚਲੋ ਹੁਣ ਤੋਂ 4 ਵਾਰੀ ਤੈਨੂੰ ਫੜ ਕੇ ਏਦਾਂ ਕਰ ਦੇਗੇ, ਚਲੋ ਆਸਤੇ ਆਸਤੇ ਫਿਰ ਮੈਂ ਨਿਊਜ਼ੀਲੈਂਡ ਬਹੁਤ ਵਾਰੀ ਆਉਂਦਾ ਸੀਗਾ ਪਹਿਲੇ ਵੀ। ਤੁਸੀਂ ਘੁੰਮਣ ਆਉਂਦੇ ਸੀ ਜੀ ਬਹੁਤ ਜ਼ਿਆਦਾ। ਇਹ ਆਪਣੇ ਪਾਰਲੀਮੈਂਟ ਦੇ ਦੌਰਾਨ ਤੇ ਉਸ ਦੇ ਬਾਅਦ ਵੀ ਤੁਸੀਂ ਇੱਥੇ ਨਿਊਜ਼ੀਲੈਂਡ ਆਉਣਾ ਸ਼ੁਰੂ ਕਰ ਉਹਦੇ ਪਹਿਲੇ ਤੇ ਵੀ ਆਉਂਦਾ ਸੀਗਾ, ਉਹਦੇ ਪਹਿਲੇ ਵੀ ਆਉਂਦੇ ਸੀ। ਇੱਥੇ ਕੋਈ ਪਰਿਵਾਰ ਸੀ ਮੈਂਬਰ? ਨਾ ਮੇਰਾ ਇੱਕ ਮਾਸਟਰ ਸੀਗਾ ਮੇਰੇ ਨਾਲ ਲਾਂਸ ਕੈਨੇਡੀ, ਅੱਛਾ ਉਹ ਬੜਾ ईमानदारी सिखाली तो मैनू उस बंदे ने अपार्ट फ्रॉम माय पेरेंट्स। अच्छा जी हाँ, वो बंदा अजय ही साडा फैमिली फ्रेंड बहुत है, मिस्टर मिसिस रहंदे ते फंगरे। तो ਉਹਦੇ ਨਾਲ ਮੈਂ ਆ ਜਾਂਦਾ ਰਿਹਾ, ਉਹ ਟਰੋਂਗਾ ਚਲੇ ਜਾਂਦਾ, ਕਦੇ ਕਿਤੇ ਚਲੇ ਜਾਂਦਾ, ਉਹਦੇ ਨਾਲ ਰਹਿੰਦਾ ਸੀਗਾ। ਤਾਂ ਦਿਲਚਸਪੀ ਸੀ, ਮੈਂ ਦੇਖਦਾ ਸੀਗਾ। ਔਰ ਯੂ ਮਾਈਟ ਅਗਰੀ that New Zealand is the best country in the world. Absolutely. Yes, scenically and otherwise. ਜੀ ਉਸ ਘਟਨਾ ਦੇ ਬਾਅਦ ਫਿਰ ਕੀ ਹੋਇਆ? ਪਰਿਵਾਰ ਨੂੰ ਜਦੋਂ ਪਤਾ ਲੱਗਾ, ਸਾਰਿਆਂ ਨੇ ਦੇਖਿਆ ਕਿ ਲਹੂ ਲੁਹਾਨ ਖੂਨ ਖਰਾਬਾ ਵੱਡ ਵਡਾਗਾ ਹੋਇਆ, ਮਤਲਬ ਕਿ ਗਵਾਂਢ ਪਿੰਡ ਬੈਠਾ ਜਿਹੜਾ ਸਪਿਰਿਟ ਲੀਡਰ ਸੀ ਇਹ ਸਾਰੀ ਕੂਹ ਦਾ, ਤੇ ਫਿਰ ਕੀ ਡਿਸੀਜਨ ਪਰਿਵਾਰ ਨੇ ਬਣਾਇਆ? ਫਿਰ ਕੀ ਹੋਇਆ? ਭਾਈਆ ਤੋਂ ਉਹਨੂੰ ਡਰ ਰਹੀ ਨਹੀਂ ਕਿ ਅਸੀਂ ਇੰਡੀਆ 'ਚ ਬਹੁਤ ਦੇਖੀ। ਅੱਛਾ ਮੈਂ ਤੈਨੂੰ ਦੱਸਦਾ 87 'ਚ ਕੂਹ ਹੋਇਆ, ਉਹ ਜਿਹੜਾ ਢਾਹਾਂ ਕਲੇਰਾ, ਹਾਂ ਉਹ ਹਸਪੀਟਲ ਬਣਿਆ। ਹਾਂਜੀ ਉਹ ਜਿਹੜਾ ਬੰਦਾ ਸੀਗਾ ਬੁੱਧ ਸੋ ਸਾਡਾ ਮੇਰੀ ਵਾਈਫ ਦਾ ਮਾਮਾ ਸੀਗਾ, ਉਹ ਆ ਗਿਆ ਉੱਥੋਂ ਫਿਜੀ, ਤੇ ਉਹਦੇ ਕਜ਼ਨ ਦਾ ਜੀਤ ਉਹ ਸੂਬੇ ਕੋਲ ਰਹਿੰਦਾ ਸਾਡੇ, ਉਹ ਲੈ ਕੇ ਸਾਡੇ ਆ ਗਿਆ ਕਿ ਇੱਦਾਂ ਦੀ ਗੱਲ ਹੈ। ਸਾਨੂੰ ਉੱਥੇ 87 94 ਵਾਲਾ ਕੋ ਜਿਹੜਾ ਮਾਰਿਆ, ਕਹਿੰਦਾ ਇਹ ਪੰਜਾਬੀਆਂ ਨਾਲ ਨਫ਼ਰਤ ਹੁੰਦਾ, ਪੜ੍ਹਨੇ ਦਾ ਦੁਖੇਗਾ ਇਹ, ਕਿ ਸਾਨੂੰ ਹਸਪੀਟਲ ਬਣਾਉਣਾ ਬੜੀ ਜ਼ਰੂਰੀ ਹੈ। ਤਾਂ ਫਿਰ ਅੱਛਾ ਤਾਂ ਕਹਿੰਦਾ ਤਾਂ ਅਸੀਂ ਕੀ ਹੈ, ਕਹਿੰਦਾ ਅੱਛਾ ਠੀਕ ਆ। ਤਾਂ ਜੀ ਪਹਿਲਾ 2000 ਚੈੱਕ ਪਹਿਲੇ ਉੱਥੇ ਹੀ ਕੱਟ ਕੇ ਉਹਨੂੰ ਦੇ ਦਿੱਤਾ ਕਿ ਸਾਡਾ ਰਾਈਟ। ਤਾਂ ਫਿਰ ਕਹਿੰਦਾ ਚਲੋ ਨਾਲ, ਤਾਂ ਮੈਂ ਭਾਈਆਂ ਕਿ ਮੇਰੇ ਕੂ ਲੱਗਿਆ ਹੁਣ ਕਿਤੇ ਜਾਵਾਂਗੇ ਕਿੱਦਾਂ ਨਾ, ਇਹ भाइया कू का कुछ नहीं, मेरे को स्टेला मोटर रही, वो मैं ड्राइवर भाइया इतना बेटा, वो बुद्ध सिंह तो कजन जी पीछे बेटा, चलो कि बड़े ढाल इकट्ठी करिए। अच्छा गए, पहले गए अपने गोलिन साहब दे दुकान रही,
ये हाथ पैर मलदा बट ये तो 1500 कढ़ा ले वो पत्ती वाले दुकानदार थे ਉਹਨੇ 2000 ਜਿੰਨਾ ਜਾ 2000 ਦੇ ਸਾਨੂੰ ਅਸੀਂ 2000 ਤੇ ਤੁਸੀਂ ਵਿੱਚੋਂ ਐਸੇ ਐਗਜ਼ਾਮ ਦੇ ਆਂਦੇ ਸੀ ਦੋ ਰੋਜ਼ ਚ ਹੈ ਕੋਈ ਆਪਣੇ ਕੱਲੇ ਆਪਣੇ ਪਰਿਵਾਰ ਚ 24000 को इकट्ठा कर लिया 24000 इकट्ठा कर लिया तो बहुत दसों कहता ये तक बड़ा बड़ा तो साढ़े थोड़ी चलती है मैं क्या गिर पई आ तो फिर वो अपना चरणजीत से बड़ा तकड़ा आया गुस्सल दिया ਉਹਦਾ ਪਿਓ ਮਿਲ ਗਿਆ ਭਾਈਆਂ ਨੂੰ ਭਾਈਆ ਕਹਿੰਦਾ ਉਹ ਕਰੋ ਇਦਾਂ ਦਾ ਮਦਦ ਕਰੋ ਕਿ ਮੈਂ ਇੱਕ ਪੈਣੀ ਨਹੀਂ ਦੇਣੀ अच्छा मैं कहते कि मैं बड़ा दिल की कितनी और था मेरे दिल से बड़ी नाराजगी आई कि ये कहता ठीक है फिर दूसरे कहना मैं बहुत कुछ नहीं देना मेरे को 10 दुकाना आया बंगे फिजी सेंटर कहता सारे ले लो तुम वाह अच्छा वो कहता बट के आसामी आ थानू आसामी कहते मामा पूछो कहता वो छड़ दो वो मैनू पता की कहता और सारा देता जे वो जितना सारा असी सब प्रबंध कर चले बड़ा वो खुशी होया फिर जब ब्याह होया सुखवीर दा तो सब बुझो मामा उते दा अब्बा भाई मेरी जेड़ी सेवा कीती उन के बोर्ड बना के मेरी सेवा की दसा इदा मैं जिस कान बिलीव इट में वो बंदा मैनू नहीं भूलता और एक बठड़िया अच्छा मल ਮਨ हाँ ਉਹਦੀ मैं असी भाईया में था मैं जो उत्ते जमीन सी 48 एंड 45 एकड़ ਵਿਕਦੀ ਨਹੀਂ ਰਹੀ ਉਹ ਅਸੀਂ ਵੇਚਤੇ ਉਹ ਵੀ ਆਪਣੇ ਪਿੰਡ ਬੁਲਾ ਕੇ ਮੇਰੇ ਨਾਲ ਇੰਨੀ 48 ਏਕੜ ਫਿਜੀ ਦੇ ਵਿੱਚ ਨਹੀਂ ਸੀ ਵਿਕਦੀ ਅੱਛਾ ਉਹ ਮਠੱਡਿਆਂ ਤੋਂ ਸੀ ਹਾਂ ਜੀ ਹਾਂ ਅੱਛਾ ਜੀ ਤਾਂ ਉਹਦੀ ਅਸੀਂ ਜ਼ਮੀਨ ਵਿੱਚ ਸੋਹਣੇ ਪੈਸੇ ਉਹ ਵੇਚਣਾ ਚਾਹੁੰਦਾ ਸੀ ਤੇ ਵਿਕਦੀ ਸੀ ਰਹੀ ਤੁਸੀਂ ਬਕਾਤੀ ਹਾਂ ਜੀ ਅੱਛਾ ਤਾਂ ਉਹ ਆਪਣੀ ਨੇਕੀ ਨਹੀਂ ਭੁੱਲਿਆ ਉਹ ਵੀ ਤੇ ਜਦੋਂ ਤੁਸੀਂ ਗਏ ਤੇ ਮਠੱਡੇ ਕਿਉਂਕਿ ਲੱਗ ਗਈ ਆ ਜੀ ਹਾਂ ਨਾ ਸਾਡੇ ਉਹ ਬੱਚਿਆਂ ਦੇ ਵਿਆਹ ਹੋਇਆ ਉੱਤੇ ਅੱਛਾ ਜੀ ਅੱਛਾ ਹਾਂਜੀ ਸੋ ਗਰਾਇਆਂ ਦਾ ਇਹਦਾ ਮਤਲਬ ਤੁਸੀਂ ਸਾਰੇ ਪਾਸੇ ਫਲੋਰ ਗਰਾਇਆਂ ਦੇ ਪੂਰੇ ਵਾਕਫ ਬਣ ਗਏ ਜੀ ਸੋ ਜਦੋਂ ਇਸ ਸਾਰੇ ਦੇ ਬਾਅਦ ਜਿਵੇਂ ਤੁਸੀਂ ਦੱਸਿਆ ਢਾਲ ਇਕੱਠੀ ਕੀਤੀ ਕਿਉਂ ਹੋ ਗਿਆ ਉਹਦੇ ਬਾਅਦ ਤੁਹਾਡੇ ਨਾਲ ਇਹ ਵਾਕਿਆ ਬੀਤ ਗਿਆ ਫਿਰ ਨਿਊਜ਼ੀਲੈਂਡ ਆਉਣ ਦਾ ਫਿਰ ਮਨ ਕਿੱਦਾਂ ਬਣਾਇਆ ਅੱਛਾ ਫਿਰ ਅਸੀਂ ਟੂ ਵੈਰੀ ਫਰੈਂਕ ਮੈਂ ਦੇਖਿਆ ਕਿ ਹੁਣ ਸਾਡਾ ਜਾਣਾ ਤਾਂ ਚਾਹੀਦਾ ਨਹੀਂ ਸੀ ਮੈਂਬਰ ਲੋਕਾਂ ਦੇ ਲੀਡਰ ਸੀਗੇ ਛੱਡ ਕੇ ਲੋਕਾਂ ਨੂੰ ਜਾਣਾ ਨਹੀਂ ਤਾਂ ਫਿਰ ਮੈਂ ਫੈਮਿਲੀ 'ਚ ਬਾਤ ਕੀਤੀ ਕਿੱਦਾਂ ਹੁਣ ਵੀ ਤਾਂ ਮੇਰਾ ਮੇਰੇ ਕੇ early 70 'ਚ ਮੇਰਾ ਅਮਰੀਕਾ ਦਾ ਵੀਜ਼ਾ ਲੱਗਿਆ ਸੀ ਅੱਛਾ ਤਾਂ ਉਹ ਮੈਂ ਕਹਿੰਦਾ ਆਪਸ ਉਹ ਕਹਿੰਦੇ ਆ ਵੀਜ਼ਾ ਮੈਂ ਕਹਿੰਦਾ ਨਹੀਂ ਮੈਨੂੰ ਨਹੀਂ ਚਾਹੀਦਾ ਮੈਂ ਇੱਥੇ ਰਹਿਣਾ ਉਹ ਕਹਿੰਦਾ ਫਿਰ ਇੱਥੇ ਫਿਰ ਵਿਚਾਰ ਕੀਤੀ ਤਾਂ ਕਹਿੰਦੇ ਸਾ ਚਲੋ ਕਹਿੰਦੇ ਇਹਨਾਂ ਨੇ ਸਾਨੂੰ ਕੁਛ ਨਹੀਂ ਦੇਣਾ ਆਸਤੇ ਸਾਰਿਆਂ ਨੂੰ ਕੱਢੋ ਟੱਬਰ ਨੂੰ ਤਾਂ ਫਿਰ ਮੇਰੇ ਦਿਲ में क्या अच्छा है कितना हो अब लीडर ਅਸੀਂ ਰਹੇ ਛੱਡ ਕੇ ਜਾਣਾ ਵੀ ਬੜਾ ਬੁਰਾ ਬਾਤ ਤਾਂ ਫਿਰ ਵਾਈਫ ਕਹਿੰਦੀ ਅੱਛਾ ਇਦਾਂ ਆ ਠੀਕ ਬਾਤ ਹੈ ਕਿ ਜਾਣਾ ਬੁਰਾ ਆ ਪਰ ਇਦਾਂ ਕਰਾਂਗੇ ਉੱਥੋਂ ਜਿੱਦਾਂ ਵੀ ਫੀਲ ਹੋਮ ਉੱਥੋਂ ਜੋ ਕੁਝ ਵੀ ਸਾਡੀ ਸੇਵਾ ਹੋ ਜਨਤਾ ਦੇ ਲਈ ਸੇਵਾ ਕਰੀ ਜਾਓ ਤਾਂ ਫਿਰ ਅਸੀਂ ਹਰ एक बारी तो मैं जब आया शुरू में 32 ट्रिप मारे अच्छा अपने खर्च अच्छा 32 ट्रिप तो किसाना दे डेयरी फार्म दी भलाई दे तो फिर उनका फिर अजय भी असि भी जो हूँ तो कोविड हो गई असि एवरी 2 मंथ एवरी 3 मंथ जानते थे जिन्ना भी हो सके फीजी कुड़ी का ब्याह होए फिर ब्याह अपने घरों कर के बंदा साथ काम करता रहा कोई 36 साल का सीगा ਉਹਦਾ ਵਿਆਹ ਕੇ ਆਪਣਾ ਘਰੋਂ ਸਾਰਾ ਕੁਝ ਆਪਣਾ ਤਾਂ ਇਦਾਂ ਅਸੀਂ ਕਰਿਆ ਵੀ ਤਾਂ ਹੀ ਤਾਂ ਜਿਹੜੇ ਮੇਰੇ ਤੇ ਤੁਸੀਂ ਜਿਹੜਾ ਉਹ ਛੱਡਿਆ ਉਹ ਫੇਸਬੁੱਕ ਤੇ ਬੰਦਾ ਨੇ ਉਹ ਕੁੜੀ ਸਾਡੀ ਗਵਾਂਡਨ ਸੀਗੀ ਉਹ ਸਲੋਚਨਾ ਮਹਾਰਾਜ ਕਹਿੰਦੀ ਹੀ ਵਾਸ ਅ ਗੁੱਡ ਮੈਨ ਹੀ ਵਾਸ ਅ ਵੈਰੀ ਹੈਲਪਫੁਲ ਮੈਂ ਕਿ ਆਪਣੇ 20 ਸਾਲ ਮੈਨੂੰ ਅਜੇ ਵੀ ਉਹਨੂੰ ਯਾਦ ਹੈ ਕਿ ਉਹ ਇੱਕ ਬੰਦਾ ਆਪਣਾ ਕਸ਼ਮੀਰ ਕਹਿੰਦਾ ਵੀਰਾ ਜੀ ਕਹਿੰਦਾ ਤੇਰਾ ਜਿਹੜਾ ਕੰਮ ਕੀਤਾ ਕਹਿੰਦਾ ਆਈ ਕੈਨਟ ਫੋਰਗੇਟ ਬਾਈ ਯੂ ਹੈਡ ਅ ਵੈਰੀ ਸਟਰੋਂਗ ਫੈਮਿਲੀ ਬੌਂਡਿੰਗ ਮੇਰੇ ਦਿਲ 'ਚ ਆਇਆ ਮੈਂ ਕਹਿੰਦਾ ਫਿਰ ਅਜੇ ਤਾਂ ਇੰਨੇ ਸਾਲ ਹੋ ਫਿਰ ਵੀ ਆਦਮੀਆਂ ਨੇ ਭੁੱਲਦੇ ਨਹੀਂ ਔਰ ਸੱਚੀ ਯਾਰ ਮੈਂ ਇਹ ਜਾਣਦਾ ਫੀਲ ਜੀ ਹੈ ਜਾਂ ਕੋਈ ਰਾਜਾ ਆ ਜਾਂਦਾ ਹੈ ਹਾਂ ਸੋ ਕਈ ਵੀ ਤੇ ਹਿੰਦੁਸਤਾਨੀ ਸੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੁਣ ਨਿਊਜ਼ੀਲੈਂਡ ਪਰਮਨੈਂਟਲੀ ਸ਼ਿਫਟ ਹੋਇਆ ਉਹ 19 ਇਅਰਸ ਹੋ ਗਏ 19 ਇਅਰ 19 ਈਅਰ ਦੇ ਵਿੱਚ ਹੁਣ ਨਿਊਜ਼ੀਲੈਂਡ ਜਿਵੇਂ ਤੁਸੀਂ ਕਿਹਾ ਆਪਣੀ ਇੰਟਰਵਿਊ ਦੇ ਵਿੱਚ ਕਿ ਵਨ ਆਫ ਦਾ ਬੈਸਟ ਕੰਟਰੀਜ਼ ਇਨ ਦ ਵਰਲਡ ਆ ਤੁਸੀਂ ਨੈਚੁਰਲੀ ਤਜਰਬਾ ਤੁਹਾਡਾ ਘੁੰਮਣ ਦਾ ਤੇ ਫਿਰ
ਪੰਜਾਬ ਦੇ ਨਾਲ ਨੈਚੁਰਲੀ ਕਨੈਕਸ਼ਨ ਕਾਫੀ ਦੇਰ ਦਾ ਜਿਹੜਾ ਟੁੱਟਿਆ ਸੀ, ਉਹ ਦੁਬਾਰਾ ਨਿਊਜ਼ੀਲੈਂਡ ਤੋਂ ਆ ਕੇ ਦੁਬਾਰਾ ਬਣਿਆ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੇ ਪੱਖੋਂ ਸੋਚਿਆ, ਜਾਂ ਉਸ ਤੋਂ ਪਹਿਲਾਂ ਤੁਸੀਂ ਫੀਜੀ ਤੋਂ ਵੀ ਨਾ ਫੀਜੀ ਜੁੜਿਆ, ਫੀਜੀ ਜੁੜਿਆ। ਫੀਜੀ ਜੁੜੇ? ਹਾਂ, ਸੋ ਹੁਣ ਆ ਟੂ ਵੇਰੀ ਔਨੈਸਟ ਹੁਣ ਪੱਕਾ ਹੋ ਗਿਆ, ਹੁਣ ਪੱਕਾ ਹੋ ਗਿਆ, ਹੁਣ ਥੋੜਾ ਜ਼ਿਆਦਾ ਹੀ ਹੋ ਗਿਆ। ਹੁਣ ਜ਼ਿਆਦਾ ਹੋ ਗਿਆ, ਹਾਂ ਜੀ, which ਜ਼ਿਆਦਾ ਅੱਧਾ ਵੀ ਨਹੀਂ। ਸੁਖਬੀਰ ਸਿੰਘ ਸਾਨੇ ਅਸੀਂ ਕਿ ਫੇਸਬੁੱਕ ਦੇਖਿਆ ਕੋਈ ਕੁੜੀ ਪੜ੍ਹਦੀ ਹੈ, ਉਹ ਕੈਨੇਡਾ ਜਾਣ ਮੰਗਦੀ ਹੈ, ਉਹ ਤੋਂ 7-10 ਰੋਜ਼ ਦੇ ਹੈਂ? ਉਹ ਤਾਂ ਉਹ ਕਹਿੰਦੀ ਪੈ ਇੰਨਾ ਪੈਸਾ, ਤਾਂ ਮੇਰੀ ਸਿਸਟਰ ਨੇ ਕੀਤਾ ਤੇ ਤੇਰੇ ਜ਼ਿੰਮੇਵਾਰੀ ਇੰਨੇ ਆ। ਅਸੀਂ ਕਿਹਾ ਅੱਛਾ ਉਹਨਾਂ ਤੋਂ ਨਹੀਂ, ਮੈਂ 3000 ਅਸੀਂ ਸੁਖਬੀਰ ਨੇ ਜਾ ਕੇ 3000 ਦੇ ਦਿੱਤਾ। ਉਹਦਾ ਪਿਓ ਨਹੀਂ ਹੈਗਾ, ਮਾਂ ਸੀਗੀ ਤਾਂ ਦਾਦੀ, ਉਹਨਾਂ ਨੇ ਇੰਨਾ ਆਸ਼ੀਰਵਾਦ। ਤਾਂ ਫਿਰ ਅਸੀਂ ਮੇਰੀ ਸਿਸਟਰ ਕੈਨੇਡਾ ਜੇ, ਉਹ ਕਹਿੰਦੀ 10,000 ਮੈਂ ਦੇ ਦੇਣਾ। ਸਾਡਾ ਉਹ ਬੰਦਾ ਸਾਡਾ ਬਹੁਤ ਮਿਲਣਿਆ, ਉਹ ਤੋਂ ਹੋਰ ਦੇਣਾ ਰਿਹਾ ਅਮਰੀਕਾ 'ਚ ਆ, ਉਹ ਕਹਿੰਦਾ ਮੈਂ 10,000। ਠੀਕ ਹੈ, ਤਾਂ ਇਦਾਂ ਦੀ ਥੋੜੀ ਸੇਵਾ ਹੋਈ, ਬਹੁਤ ਦੈਟ ਦਾ ਵੇ ਟੂ ਲਿਵ। ਤੁਸੀਂ ਦਸਵੰਧ ਕੱਢਣਾ ਹਜੇ ਤੱਕ ਵੀ ਉਹ ਚੱਲ ਰਿਹਾ। ਸੋ ਦਲੀਪ ਸਿੰਘ ਹੁਣਾਂ ਦੀ ਜਿਹੜੀ ਲੈਗੇਸੀ ਆ ਉਹ ਹਜੇ ਵੀ ਕਾਇਮ ਆ, ਹੈ। ਤੇ ਹੁਣ ਅਵਤਾਰ ਸਿੰਘ ਜੀ ਨੈਚੁਰਲੀ ਨਿਊਜ਼ੀਲੈਂਡ ਤੁਸੀਂ ਸਥਾਪਿਤ ਹੋ ਚੁੱਕੇ ਆ, ਤੇ ਸੁਖਬੀਰ ਸਿੰਘ ਥਿੰਦ ਜਿਹੜੇ ਤੁਸੀਂ ਨੈਚੁਰਲੀ ਫਗਵਾੜੇ ਦਾ ਪਿਛੋਕੜ ਹੈ, ਇਹਨਾਂ ਦੇ ਨਾਲ ਫੈਮਿਲੀ ਗਾਂ ਸੁੱਖ ਨਾਲ ਬੱਚੇ ਇੱਥੇ ਵਧੀਆ ਸਕੂਲਾਂ ਦੇ ਵਿੱਚ ਜਾ ਰਹੇ ਆ, ਤੇ ਕਮਿਊਨਿਟੀ ਦੇ ਵਿੱਚ ਤੁਸੀਂ ਵਿਚਰਦੇ ਹੋ। ਕਿਵੇਂ ਮਹਿਸੂਸ ਕਰਦੇ ਆ ਜ਼ਿੰਦਗੀ ਫੀਜੀ ਦੇ ਵਿੱਚ ਇੰਨਾ ਸਮਾਂ ਗੁਜ਼ਾਰ ਕੇ? ਕਦੀ ਮਨ 'ਚ ਆਉਂਦਾ ਕਿ ਮੈਂ ਫੀਜੀ ਹੋਰ ਸਮਾਂ ਗੁਜ਼ਾਰਾਂ, ਕਿ ਮੈਂ ਉੱਥੇ ਵੱਧ ਟਾਈਮ ਦੇਣਾ, ਉਹ ਮੇਰਾ ਇੱਕ ਕਿਸਮ ਦਾ ਘਰ ਆ, ਮੈਂ ਅਸਲ ਦੇ ਵਿੱਚ ਤਾਂ ਫੀਜੀ ਹੀ ਰਹਿਣਾ ਚਾਹੁੰਦਾ, ਇੱਦਾਂ ਕਦੀ ਮਨ 'ਚ ਆਉਂਦਾ? ਬਿਲਕੁਲ ਜੀ। ਹਾਂ, ਜਿਹੜੀ ਜਨਮ ਭੂਮੀ ਹੈ ਜੀ, ਉਹ ਫਿਰ ਜਿਹੜੀ ਹੈ, ਮੈਂ ਥੋੜਾ ਅਨੋਖਾ ਜਿਹਾ ਬੰਦਾ ਵੀ ਸੀ, ਮੈਂ ਪਾਗਲ ਵੀ ਸੀਗਾ ਮੇਰੇ ਕੋਲ। ਕਾਰਨ ਇਹ ਆ, ਜਿੰਨੇ ਮੇਰੀ ਤਨਖਾਹ ਸੀ 15,000 ਮਿਲਦੀ ਸੀ ਨਾ, ਸਾਰਾ ਕੁਝ ਜੋੜ ਜਾੜ ਕੇ ਟਰੈਵਲਿੰਗ ਸਿਟਿੰਗ ਕਲਾਸ ਵੀ ਆਰ ਏਬਲ ਟੂ ਗੈਟ 35,000 to 40,000। For me it was big money। ਕਿਉਂ ਸਾਡਾ ਡੇਰੀ ਫਾਰਮ ਚੱਲਦਾ ਬੜਾ ਸੋਹਣਾ ਜੀ, 2 ਡੇਰੀ ਫਾਰਮ ਸੀਗੇ, ਫੈਮਿਲੀ ਡੇਰੀ ਫਾਰਮ ਤੇ ਰਹੇ, ਉਦੋਂ ਸੋਹਣੀ ਇਨਕਮ ਸੀਗੀ। ਤਾਂ ਮੈਂ ਜੋ ਕੀ ਕਰਦਾ ਸੀਗਾ, ਉਹ ਜਿੰਨਾ ਪੈਸਾ ਜਿਹੜਾ ਮਿਲਦਾ ਸੀ ਪਾਰਲੀਮੈਂਟ 'ਚ ਜ਼ਿਆਦਾਤਰ ਲੋਕਾਂ ਨੂੰ ਵੰਡੀ ਜਾਂਦਾ। ਅੱਛਾ ਜੀ। ਇੱਕ ਬੰਦਾ ਫੀਜੀਅਨ ਬੰਦਾ ਪੜ੍ਹਨ ਜਾਂਦਾ ਸੀਗਾ ਆਸਟ੍ਰੇਲੀਆ, ਉਹ ਸਾਥ ਗਵਰਨਮੈਂਟ ਸਕਾਲਰਸ਼ਿਪ ਵਾਲੇ ਸਾਰੀ ਜਗ੍ਹਾ ਮੇਲ ਲੈ ਕੇ ਗਿਆ। ਉਹਦਾ ਪਿਓ ਸੀਗਾ ਆਰਮੀ, ਉਹਨਾਂ ਨੇ ਤਾਂ ਸਾਡੇ ਕੂ ਕੀਤੀ ਸੀਗੇ, ਫਿਰ ਵੀ ਮੈਂ ਕਹਿੰਦਾ ਪੜ੍ਹਾਈ ਲਈ ਬੰਦੇ ਲੈ ਕੇ ਗਏ ਨਾਲ ਆਸਟ੍ਰੇਲੀਆ ਦੇ, ਔਰ ਸਾਰਾ ਕੁਝ ਅਪਰੂਵ ਹੋ ਗਿਆ, ਪਰ ਪੈਸੇ ਨਹੀਂ। ਤਾਂ ਫਿਰ ਮੈਂ ਕਿਹਾ ਅੱਛਾ ਗਏ ਉੱਥੇ, ਆਪਣਾ ਕਨਵਲ ਸੀਗਾ ਉੱਥੇ ਆਸਟ੍ਰੇਲੀਅਨ ਐਮਬੈਸੀ 'ਚ, ਕਾਊਂਟਰ 'ਚ ਆ ਮਿਲਿਆ, ਸਤਿ ਸ਼੍ਰੀ ਅਕਾਲ ਮੈਂ ਕਿੱਦਾਂ ਨਿਕਲਿਆ, ਕਹਿੰਦਾ ਪੈਸੇ ਦੇਣੇ ਚਾਹੀਦੇ। ਤਾਂ ਮੈਂ ਕਿਹਾ ਅੱਛਾ ਤਾਂ ਕਿੱਦਾਂ ਕਰੀਏ? ਤਾਂ ਮੈਂ ਕਿਹਾ ਅੱਛਾ ਮੇਰੇ ਕੋਲ ਕੈਸ਼ ਤਾਂ ਅਜੇ ਨਹੀਂ ਹੈ, ਤੂੰ ਕਾਗਜ਼ 'ਚ ਮੈਂ ਚਿੱਠੀ ਲਿਖਦਾ ਇੱਥੇ, ਉੱਥੇ ਚਿੱਠੀ ਲਿਖ ਕੇ ਮੈਂ ਗਰੰਟੀ ਥੇਰੀ ਭੂਤਾਨ ਗਰੰਟੀ ਬੈਂਕ ਗਰੰਟੀ ਦਿੱਤੀ। ਅੱਛਾ ਚੱਲ ਲੋ, ਬੱਚੇ ਦਾ ਕੰਮ ਬਣ ਗਿਆ ਆਸਟ੍ਰੇਲੀਆ ਦਾ, ਤਾਂ ਪੜ੍ਹ ਕੇ ਆ ਗਿਆ। ਅਜੇ ਵੀ ਉਹ ਮੇਰੇ ਇੰਨਾ ਗੁਣ ਗਾਉਂਦੇ, ਇੱਦਾਂ ਦੇ ਵੇਲੇ ਕਹਾਣੀਆਂ ਬਹੁਤ ਹੀ। ਤੁਸੀਂ ਨੈਚੁਰਲੀ ਕਿਸੇ ਦੇ ਲਈ ਸਹਾਈ ਜਿੱਥੇ ਵੀ ਹੋਣਾ ਤੁਹਾਡਾ ਫਰਜ਼ ਸਮਝਿਆ, ਤੁਸੀਂ ਕੀਤਾ। ਸੋ ਹੁਣ ਨੈਚੁਰਲੀ ਇੱਥੇ ਮੇਰੇ ਆਖਿਰਲੇ ਕੁਝ ਇੱਕ ਸਵਾਲ ਆ ਕਿ ਲਾਈਫ ਜਿਵੇਂ ਤੁਸੀਂ ਦੱਸਿਆ ਕਿ ਹਰ 3 ਮਹੀਨੇ ਬਾਅਦ 'ਚ ਜਾਂਦੇ ਹੋ, ਲਾਈਫ ਕਿਹੜੀ ਬੈਟਰ ਲੱਗਦੀ ਹੈ, ਨਿਊਜ਼ੀਲੈਂਡ ਦੀ ਜਾਂ ਫੀਜੀ ਦੀ? ਅੱਛਾ, ਸੋਸ਼ਲ ਲਾਈਫ ਫੀਜੀ 'ਚ ਬਹੁਤ ਚੰਗੀ ਹੈ ਜੀ। ਕਾਰਨ ਇਹ ਆ, ਜਿੱਥੇ ਵੀ ਚੱਲ ਜਿਹਦਾ ਪਿੰਡਾਂ 'ਚ ਆ, ਜਿੱਥਾ ਵੀ ਆ ਉਹ ਸਰਦਾਰ ਆ, ਉਹ ਨਗੋਨਾ ਪੀ ਲੈ, ਸਰਦਾਰ ਜੀ ਆ ਜਾ ਜਾ ਬੀਰ ਪੀ ਲਓ, ਕਿੱਦਾਂ कैसे आप? ठीक है। मैं जेपी ਸੀਗਾ, ਉਹ ਜਿੱਦਾਂ ਕਿਤੇ ਸਾਈਨ ਕਰਨਾ ਪੇਪਰ ਪਰ ਇਦਾਂ ਨਹੀਂ ਕਿਤੇ ਮੇਰੇ ਆਫਿਸ ਤੇ ਆਓ ਨਾ ਭਾਈ, ਕਿਤੇ ਵੀ ਖੜਾ ਮੈਂ ਪਹਿਰੇ ਮੇਰਾ ਪੇਨੇ ਹੋਣੀ ਚਾਹੀਦੀ, ਕਹੇ ਸਾਈਨ ਕਰ ਲਓ, ਜਾਓ ਕਰੋ ਆਪਣਾ ਕੰਮ ਸਿਰ। ਸਾਰਿਆਂ ਦਾ ਆਦਰ ਇਦਾਂ ਕੀਤਾ। This is what I think is a downfall of me. I always criticize people who don't care for respect for others. You got to respect everybody, जितना भी चाहे कितना भी छोटा हो कि भी हो, you got to respect him. You have to give dues to him. जी. In every respect. ਸਾਰੇ ਜਿਹੜੇ ਉਹ ਸਤਿਕਾਰ ਯੋਗ ਆ ਤੁਸੀਂ ਕਹਿ ਰਹੇ। ਸੋ
ਅਵਤਾਰ ਸਿੰਘ ਜੀ, ਹੁਣ ਜਿੱਥੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਜਿੱਥੋਂ ਸਭ ਕੁਝ ਸ਼ੁਰੂ ਹੋਇਆ ਉੱਥੇ ਦੇ ਨਾਲ ਬੜਾ ਸਟਰੋਂਗ ਕਨੈਕਸ਼ਨ ਹੁਣ ਗਾਂ ਤੁਹਾਡੇ ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਦਾ ਕਨੈਕਸ਼ਨ ਬੜਾ ਸਟਰੋਂਗ ਇੰਡੀਆ ਦੇ ਨਾਲ ਬਣਿਆ ਆ। ਸੋ ਜਦੋਂ ਟ੍ਰਿਪ ਪੰਜਾਬ ਦੇ ਵਿੱਚ ਲਾਉਂਦੇ ਹੋ, ਉਹਨਾਂ ਪਿੰਡਾਂ ਵਿੱਚ ਘੁੰਮਦੇ ਆ ਜਿੱਥੋਂ ਤੁਹਾਡੇ ਦਾਦਾ ਸਾਹਿਬਾਨ ਸਾਰੇ ਆਏ ਸੀ, ਤੇ ਉਹ ਕਨੈਕਸ਼ਨ ਹਜੇ ਵੀ ਬੜਾ ਸਟਰੋਂਗ ਤੁਹਾਡੇ ਸਾਰਿਆਂ ਦੇ ਵਿੱਚ ਦੀ ਜਿਹੜਾ ਨਜ਼ਰ ਹੋਣਾ ਚਾਹੀਦਾ। ਇੱਥੇ ਦੇ ਜਿਹੜੇ ਸਿੱਖ ਆ ਜਿਹੜੇ ਪੰਜਾਬ ਤੋਂ ਸਿੱਧੇ ਆਏ ਆ, ਬਹੁਤਿਆਂ ਨੂੰ ਆਹ ਸਟੋਰੀ ਮੇਰੇ ਖਿਆਲ ਸ਼ਾਇਦ ਪਹਿਲੀ ਵਾਰੀ ਉਹਨਾਂ ਨੇ ਸੁਣੀ ਹੋਣੀ ਆ ਜੋ ਤੁਸੀਂ ਆ ਦੱਸਿਆ, ਕਿਉਂਕਿ ਬਹੁਤਿਆਂ ਨੂੰ ਨਹੀਂ ਪਤਾ ਜਿਹੜਾ ਫੀਜੀ ਦੇ ਸਿੱਖਾਂ ਦੇ ਬਾਰੇ। ਤੁਹਾਡੇ ਸਾਰਿਆਂ ਦੀਆਂ ਜਿਹੜੇ ਮੁਕਾਮ ਤੁਸੀਂ ਹਾਸਲ ਕੀਤੇ ਅੱਜ ਪਹਿਲੀ ਵਾਰ, ਕਿਉਂਕਿ ਇਹ ਲੜੀ ਅਸੀਂ ਜਾਰੀ ਰੱਖਣੀ ਆ। ਅਸੀਂ ਇੱਥੇ ਗੋਲੀਆਂ ਜ਼ਬਾਨ ਵੀ ਆਉਣਗੇ, ਬਾਕੀ ਵੀ ਇੱਥੇ ਜਿਹੜੇ ਸਾਡੇ ਪੰਜਾਬੀਆਂ ਦੇ ਪੁਰਾਣੇ ਉੱਥੋਂ ਚੱਲੇ ਹੋਏ ਪਰਿਵਾਰ ਆ, ਉਹ ਸਾਰੇ ਇੱਥੇ ਅਸੀਂ ਉਹਨਾਂ ਨੂੰ ਉਜਾਗਰ ਸਿੰਘ ਜਿਹੜੇ ਫਰਸਟ ਮੈਂਬਰ ਆਫ ਪਾਰਲੀਮੈਂਟ ਫੀਜੀ 'ਚ, ਉਹਨਾਂ ਨੂੰ ਵੀ ਅਸੀਂ ਨੈਚੁਰਲੀ ਉਹਨਾਂ ਦੀ ਸਿਹਤ ਭਾਵੇਂ ਇੰਨੀ ਵਧੀਆ ਨਹੀਂ, ਅਸੀਂ ਡਾਕੂਮੈਂਟਰੀ ਵੀ ਛੋਟੀ ਬਣਾਈ। ਸੋ ਇਸ ਸਾਰੇ ਨੂੰ ਸਮਰਾਈਜ਼ ਕਰਦਿਆਂ ਜ਼ਿੰਦਗੀ ਦੇ ਵਿੱਚ ਸਿੱਖਿਆ ਤੁਸੀਂ ਬਹੁਤ ਕੁਝ, ਕਿਉਂਕਿ ਪਾਰਲੀਮੈਂਟ ਤੱਕ ਤੁਸੀਂ ਹੋ ਕੇ ਆਏ ਹੋ, ਕੀ ਸ਼ੇਅਰ ਕਰਨਾ ਚਾਹੋਗੇ ਜਿਹੜੇ ਵਿਊਅਰਸ ਜਾਂ ਲਿਸਨਰਸ ਆ ਉਹਨਾਂ ਦੇ ਨਾਲ ਜ਼ਿੰਦਗੀ ਨੂੰ ਲੈ ਕੇ? हाँ जी, जिंदगी एक सफर है जी, सफर, वो सफर चंगा ही बनाना चाहिए जी। एंड फिर जब क्वेश्चन होता है, सवाल उठता है किद्दां का चंगा बनेगा। मेरा तो एक ही विश्वास है जी, जैसे वाहेगुरु कहने हैं तो वाहेगुरु सच्चे दिल ना कहो जी, और वाहेगुरु दा जिद्दां अपने फिलोसफी है गुरु नानक साहिब दी कहते किरत करो, ईमानदारी दी किरत करो, नाम जपो और बंड के छको। ये पॉलिसी फिलोसफी आपां नूं लेके चलना चाहिए है, and this is very important, right, and you will succeed in every aspect of your life. अगर तुम चाहता कुछ सारी कुछ है, and that's a fact. अद्धा कहीं बोल के का फिर कर दे नहीं दो, रूप नहीं दो, ता वो तो गलत है जी। मैं ਇੱਕ ਸਵਾਲ ਜ਼ਰੂਰ ਸੁਖਬੀਰ ਸਿੰਘ ਥਿੰਦ ਹੋਣਾ ਪਾਸੋਂ ਨੈਚੁਰਲੀ ਪੁੱਛਣਾ। ਸਰ ਸਾਹਿਬ, ਤੁਸੀਂ ਨੈਚੁਰਲੀ ਪਰਿਵਾਰ ਦੇ ਵਿੱਚ ਜਵਾਈ ਭਾਈ ਦੇ ਤੌਰ ਤੇ ਪੰਜਾਬ ਤੋਂ, ਸਿੱਧੇ ਪੰਜਾਬ ਤੋਂ ਆਏ, ਤੇ ਇਸ ਪਰਿਵਾਰ ਨੇ ਆਲਰੇਡੀ ਤੁਸੀਂ ਕਹੀਏ ਕਿ 1918 ਤੋਂ ਪੰਜਾਬ ਛੱਡ ਕੇ ਇੱਕ ਕਿਸਮ ਦੇ ਤੁਰ ਪਏ ਸੀ, ਤੇ ਜਦੋਂ ਤੁਸੀਂ ਪਰਿਵਾਰ ਦੇ ਵਿੱਚ ਆਏ ਫੀਜੀ ਦੇ ਵਿੱਚ, ਤੁਸੀਂ ਪਹਿਲਾਂ ਸਿੱਧਾ ਗਏ ਸੀ? ਨਹੀਂ, ਮੈਂ ਨਿਊਜ਼ੀਲੈਂਡ ਦੇ ਵਿੱਚ ਸਿੱਧੇ ਨਿਊਜ਼ੀਲੈਂਡ। ਕਿਵੇਂ ਮਹਿਸੂਸ ਹੋਇਆ ਪਰ ਨਿਰਵਾਣ ਪਰਿਵਾਰ ਦੇ ਨਾਲ, ਕਿਉਂਕਿ ਨੈਚੁਰਲੀ ਇਹ ਕਾਫੀ ਦੇਰ ਦੇ ਪੰਜਾਬ ਨੂੰ ਛੱਡ ਕੇ ਗਏ ਹੋਏ ਸੀ, ਕਿੱਦਾਂ ਦੀ ਇਨਵਾਇਰਨਮੈਂਟ ਸੀ ਤੇ ਤੁਸੀਂ ਕੀ ਮਹਿਸੂਸ ਕੀਤਾ ਹੁਣ ਤੱਕ? ਇਨਵਾਇਰਨਮੈਂਟ ਕੁਛ ਨਵਾਂ ਸਿੱਖਣ ਨੂੰ ਮਿਲ ਰਿਹਾ। ਪਹਿਲਾਂ ਤਾਂ ਇਦਾਂ ਲੱਗਦਾ ਸੀ ਵੀ, ਮੈਨੂੰ ਨਹੀਂ ਲੱਗਦਾ ਵੀ ਜਿੰਨੇ ਕੁ ਆਪਣੇ ਇੰਡੀਆ ਦੇ ਵਿੱਚ ਵੀ ਪੰਜਾਬੀ ਆ ਜਾਂ ਹੋਰ ਫੈਮਲੀਆਂ ਆ, ਉਹਨਾਂ ਨੇ ਕਦੇ ਵੀ ਫੀਜੀ ਦਾ ਨਾਮ ਵੀ ਸੁਣਿਆ ਹੋਊਗਾ ਦੁਆਬੇ ਨੂੰ ਛੱਡ ਕੇ। ਪਰ ਦੁਆਬੇ ਤੋਂ ਜ਼ਿਆਦਾਤਰ ਫੀਜੀ ਦੇ ਵਿੱਚ ਬੰਦੇ ਗਏ ਆ, ਤੇ ਜੇ ਤੁਸੀਂ ਮੈਪ ਦੇ ਵਿੱਚ ਵੀ ਦੇਖੋਗੇ ਤਾਂ ਨਿਊਜ਼ੀਲੈਂਡ ਵੀ ਨਹੀਂ ਦਿਸਦਾ ਪੂਰੇ ਵਰਲਡ ਦੇ ਮੈਪ ਦੇ ਵਿੱਚ। ਫੀਜੀ ਤਾਂ ਇੱਕ ਪਾਸੇ ਆ, ਬਟ ਫੀਜੀ ਜਾ ਕੇ ਜਿਹੜੇ ਲੋਕ ਰਹੇ ਆ, ਉਹਨਾਂ ਦੇ ਵਿੱਚ ਰਹਿਣ ਦੀ ਸੁਮਤ ਸਭ ਤੋਂ ਬੜੀ ਗੱਲ, ਤੇ ਲੋਕਾਂ ਦਾ ਪਿਆਰ ਜਿੱਦਾਂ ਆਪਸ ਵਿੱਚ ਹੀ ਰਹਿੰਦੇ ਆ ਉਹ, ਤੇ ਮੇ ਵੀ ਉਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਅਬਜ਼ਰਵ ਕਰਦਾ ਬੰਦਾ, ਸਾਰਾ ਕੁਝ ਖਿੱਚਦਾ, ਸਿੱਖਦਾ ਤੇ ਬਹੁਤ ਕੁਝ ਮਾਣਦਾ। ਤੇ ਇਹ ਸਾਰੀਆਂ ਗੱਲਾਂ ਕਰਕੇ ਹੀ ਬੰਦਾ ਸਾਰਾ ਕੁਝ, ਚਲੋ ਇੱਥੇ ਤੱਕ ਬੰਦਾ ਆ ਗਿਆ। ਚਲੋ ਅਸੀਂ, ਮੇਰਾ ਇਹਨਾਂ ਦੇ ਨਾਲ ਕਨੈਕਸ਼ਨ ਇੰਡੀਆ ਤੋਂ ਚੱਲਿਆ ਸੀ, ਚਲੋ ਫਿਰ ਮੇਰਾ ਫੀਜੀ ਵੀ ਜਾਣਾ ਆਉਣਾ ਹੋਇਆ। ਫੀਜੀ ਵੀ ਮੈਂ ਗਿਆ, ਦੇਖਿਆ ਕੁਛ ਨਵੀਂ ਦੁਨੀਆ ਦੇਖੀ। ਚਲੋ ਇੱਕ ਤਾਂ ਨਿਊਜ਼ੀਲੈਂਡ ਦੇਖਿਆ ਸੀ, ਤੇ ਦੂਸਰਾ ਫੀਜੀ ਨਵੀਂ ਦੁਨੀਆ ਦੇਖਣ ਨੂੰ ਮਿਲੀ ਹੈ। ਉੱਥੇ ਦੇ ਲੋਕ ਜੀ, ਉੱਥੇ ਦਾ ਰਹਿਣਾ ਸਹਿਣਾ, ਬੋਲੀ,
ਖਾਸ ਕਰਕੇ ਮੈਂ 99% ਬੋਲੀ ਬੋਲ ਲੈਂਦਾ ਹਾਂ ਬੋਲਣ ਤੁਸੀਂ ਹਿੰਦੁਸਤਾਨੀ ਹਿੰਦੁਸਤਾਨੀ ਹਾਂ, ਜੋ ਕਿ ਤੁਸੀਂ ਇੱਥੇ ਆ ਕੇ ਸਿੱਖੀ ਜੋ ਮੈਂ ਨਿਊਜ਼ੀਲੈਂਡ ਦੇ ਵਿੱਚ ਸਿੱਖੀ ਹੈ, ਇਹ ਪਰਿਵਾਰ ਦੇ ਵਿੱਚ ਗੁਜ਼ਰਦਾ ਹੈ। ਪਰਿਵਾਰ ਦੇ ਵਿੱਚ ਫੈਮਿਲੀ ਫਰੈਂਡ Family, ਸਰਕਲ friend। ਪੰਜਾਬੀ ਵੀ ਮੇਰਾ ਉਦਾਂ ਦਾ ਸੁਭਾਅ ਹੈ ਕਿ ਸਾਰਿਆਂ ਨਾਲ ਮਿਲੋ ਵਰਤੋ, ਔਰ ਜਿੰਨੀਆਂ ਕੁ ਚੀਜ਼ਾਂ ਮੈਂ ਸਿੱਖ ਸਕਦਾ ਸਿੱਖਾਂ ਨਾ, ਸੋ ਇਹ ਸਾਰੀਆਂ ਚੀਜ਼ਾਂ ਸਿੱਖੀਆਂ ਤੇ ਕੀਤੀਆਂ। ਸੋ ਜਿੱਥੇ ਤੁਸੀਂ ਜਿੱਦਾਂ ਨੈਚੁਰਲੀ ਇਹਨਾਂ ਦੀ ਜਿਹੜਾ ਪੰਜਾਬ ਇਹਨਾਂ ਨੇ ਵਸਾਇਆ ਆ ਇੱਥੇ, ਉਹਦੇ ਵਿੱਚ ਆ ਕੇ ਤੁਸੀਂ ਉਹਦਾ ਹਿੱਸਾ ਬਣੇ, ਹੁਣ ਨੈਚੁਰਲੀ ਗਾਂ ਬੱਚੇ ਜਿਹੜੇ ਆ ਵਧੀਆ ਸਕੂਲਾਂ ਦੇ ਵਿੱਚ ਜਾ ਰਹੇ ਆ, ਤੇ ਪੰਜਾਬ ਦਾ ਕਨੈਕਸ਼ਨ ਪਰਿਵਾਰ ਦੇ ਵਿੱਚ ਹੁਣ ਤੱਕ ਕਿਵੇਂ ਬਰਕਰਾਰ ਆ? ਪਰਿਵਾਰ ਦਾ ਕਨੈਕਸ਼ਨ ਬਹੁਤ ਵਧੀਆ ਜੀ। ਹਾਂਜੀ। ਸੋ ਜਿੱਥੇ ਤੱਕ ਅਸੀਂ ਇਹ ਸਾਡੇ ਪਰਿਵਾਰਾਂ ਦੇ ਨਾਲ ਮਿਲ ਜੁਲ ਕੇ ਸਭ ਮੇਰੇ ਨਾਲੋਂ ਜ਼ਿਆਦਾ ਤੇ ਇਹ ਕਰ ਰਹੇ ਆ। ਮੇਰੇ ਕੋਲ ਇੰਨਾ ਕਈ ਵਾਰੀ ਆਪਾਂ ਟਾਈਮ ਛੱਡ ਜੀਦਾ, ਭੁੱਲ ਜਾਈਦਾ, ਬਟ ਇਹਨਾਂ ਨੂੰ ਟਾਈਮ ਦਾ ਹੀ ਹੈਗਾ, ਚਲੋ ਇਹ ਕਰਦੇ ਆ, ਇਹਨਾਂ ਨੂੰ ਪਤਾ ਉਹਨਾਂ ਚੀਜ਼ਾਂ ਦਾ ਜੀ। ਇਨੀ ਟਾਈਮ ਉਹ ਚੀਜ਼ ਹੰਡਾਇਆ, ਇਹਨਾਂ ਨੂੰ ਪਤਾ ਪਰਿਵਾਰਾਂ ਦੀ ਅਹਿਮੀਅਤ ਕੀ ਆ। ਸੋ ਜੇ ਮੈਂ ਨਾ ਫੋਨ ਕਰ ਸਕਾਂ, ਇਹ ਕਰਦੇ ਆ, ਇਹ ਮਿਲਦੇ ਵਰਤਦੇ ਆ, ਅਸੀਂ ਮਿਲਦੇ ਵਰਤਦੇ, ਇਹਨਾਂ ਦੀਆਂ ਜੋ ਫੈਮਲੀਆਂ ਅੱਗੇ ਪਿੱਛੇ ਵੀ ਆ। ਸੋ ਠੀਕ ਹੈ, ਵਧੀਆ ਹੈ, ਸਾਰਾ ਕੁਝ ਬਹੁਤ ਸੋਹਣਾ ਆ, ਬਹੁਤ ਸੋਹਣਾ ਚੱਲ ਰਿਹਾ, ਬਹੁਤ ਸੋਹਣਾ ਚੱਲਣਾ ਚਾਹੀਦਾ ਵੀ ਆ। ਕਨੈਕਸ਼ਨ ਵੱਧ ਰਹੇ ਆ ਆਪਣੇ ਪੰਜਾਬੀਆਂ ਦੇ, ਜੋ ਜਿੰਨੇ ਕੁ ਦੱਬਿਓ ਕਨੈਕਸ਼ਨ ਸੀ ਆਪਣੇ ਪੁਰਾਣੇ, ਆਪਣੇ ਕਈ ਫੀਜੀ ਦੇ ਵਿੱਚ ਜਿੰਨੇ ਕੁ ਵੀ ਸਿੱਖ ਹੈਗੇ ਆ, ਮੈਂ ਤਾਂ ਉਹਨਾਂ ਨੂੰ ਇਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਆ ਵੀ ਤੁਸੀਂ ਜਿੰਨਾ ਕੁ ਵੀ ਅੱਗੇ ਵੱਧ ਚੜ੍ਹ ਕੇ ਆ ਸਕਦੇ ਆਓ ਤੇ ਦੱਸੋ, ਆਪਣੇ ਬਾਰੇ ਦੱਸੋ, ਸਹੀ ਆਪਣੇ ਪਰਿਵਾਰਾਂ ਦੇ ਬਾਰੇ ਦੱਸੋ, ਤਾਂ ਆਪਣੇ ਪਿੰਡਾਂ ਨੂੰ ਲੱਭੋ ਜਿਹੜੇ ਭੁੱਲ ਗਏ ਆ ਜੀ ਪਿੱਛੇ ਇੰਡੀਆ ਨੂੰ, ਸੋ ਆਪਣੇ ਪਰਿਵਾਰਾਂ ਨੂੰ ਮਿਲੋ। ਤੋ ਇਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ। ਤੇ ਤੁਸੀਂ ਆਪਣੇ ਬਾਰੇ ਵੀ ਦੱਸੋ ਵੀ ਤੁਹਾਡਾ ਇਲਾਕਾ ਕਿਹੜਾ ਤੇ ਕਿੱਥੋਂ ਹੋ ਤੁਸੀਂ ਆਪਣੇ ਬਾਰੇ ਦੱਸੋ। ਮੇਰਾ ਪਿੰਡ ਮੱਲੂ ਪੋਤਾ ਹੈ ਜੀ। ਹਾਂਜੀ। ਸੋ ਢਾਹਾਂ ਦੇ ਮੇਨ ਰੋਡ ਦੇ ਉੱਪਰ, ਜਿਹੜਾ ਫਗਵਾੜੇ ਤੋਂ ਨਵਾਂ ਸ਼ਹਿਰ ਨੂੰ ਜਾਂਦਾ ਉਹਦੇ ਉੱਪਰ, ਸੋ ਬੰਗਾ ਸ਼ਹਿਰ ਪੈਂਦਾ ਸਾਨੂੰ, ਫਗਵਾੜਾ ਸ਼ਹਿਰ ਪੈਂਦਾ, ਸੋ ਦੁਆਬਾ ਏਰੀਆ। ਤੇ ਨਾਨਕੇ ਕਿੱਥੇ ਆ? ਨਾਨਕੇ ਜੀ ਮੇਰੇ ਡਾਂਸੀ ਵਾਲੇ ਹੈਗੇ ਆ ਸੈਲੇ ਦੇ ਕੋਲ, ਹੁਸ਼ਿਆਰਪੁਰ ਜ਼ਿਲ੍ਹਾ। ਹੁਸ਼ਿਆਰਪੁਰ। ਹਾਂਜੀ। ਹਾਂ, ਵਾਹ ਜੀ ਵਾਹ। ਸੋ ਨੈਚੁਰਲੀ ਅਖੀਰਲੇ ਸਵਾਲ ਸਾਹਿਬ, ਧੰਨਵਾਦ ਤੁਹਾਡਾ। ਮੈਂ ਜੀ ਐਂਡ ਦੇ ਵਿੱਚ ਫੀਜੀਅਨ ਸਟਾਈਲ ਦੇ ਵਿੱਚ ਤੁਹਾਨੂੰ ਕਹਿਣਾ, ਬਿਨਾ ਕਵਾ ਕਲੇ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਟੂਡੀਓ ਦੇ ਵਿੱਚ ਆਏ, ਆਪਣੀ ਜ਼ਿੰਦਗੀ ਦੇ ਉਹ ਪਹਿਲੂ ਤੁਸੀਂ ਸ਼ੇਅਰ ਕੀਤੇ ਜਿਹੜੇ ਅਸੀਂ ਸੁਣ ਕੇ ਸਿਰਫ ਮੁਸਕਰਾਏ ਨਹੀਂ, ਸਿੱਖਣ ਨੂੰ ਬਹੁਤ ਕੁਛ ਮਿਲਿਆ। ਬੜਾ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਤੁਹਾਡੀਆਂ ਇੰਟਰਵਿਊਜ਼ ਜਿਹੜੀਆਂ ਬਲ ਦਿੰਦੀਆਂ ਕਿ ਇੰਨੀ ਦੂਰ ਰਹਿ ਕੇ ਵੀ ਤੁਸੀਂ ਜਿਹੜੇ ਗੁਰੂ ਸਾਹਿਬ ਦੇ ਦਿੱਤੇ ਹੋਏ ਬਖਸ਼ੋ ਜਿਹੜੇ ਸਾਨੂੰ ਜੀਵਨ ਸਿਧਾਂਤ ਨੇ, ਉਹਨਾਂ ਨੂੰ ਜਾਰੀ ਰੱਖਿਆ ਤੇ ਅੱਜ ਇੱਕ ਚੰਗੇ ਇਨਸਾਨ ਹੋ ਕੇ ਵਿਚਰ ਰਹੇ ਹੋ, ਪਰਿਵਾਰ ਦੇ ਨਾਲ, ਪਰਿਵਾਰ ਦੇ ਵਿੱਚ ਵਿਚਰ ਰਹੇ ਆ। ਇੱਥੇ ਮੈਨੂੰ ਪਤਾ ਨੈਚੁਰਲੀ ਬੜੀ ਸਕਸੈਸਫੁਲੀ ਪਰਿਵਾਰ ਬਿਜ਼ਨੈਸਿਸ ਵੀ ਰਨ ਕਰਦਾ। ਸੋ ਫਿਊਚਰ ਦੇ ਵਿੱਚ ਕੀ ਪਲੈਨਿੰਗ ਹੈ ਜੀ, ਕੀ ਅਰਮਾਨ ਨੇ, ਅੱਗੇ ਕੀ ਕਰਨਾ ਚਾਹੋਗੇ? अच्छा, मेरा तो व्यक्तिगत मेरी कोई प्लान नहीं है कोई जी। जेड़ा कुछ हासिल करना मैंने क्या कर लिया जी। मेरी एक के अर्ज आ दिलों अर्ज है जी कि असी जेड़े सिख हैं फिर न्यूजीलैंड या किते भी हैं, एकता लाइए जी, बहुत जरूरी।